प्यार भरी सत श्री अकाल, दुआ सलाम जी, स्वागत है जी। जी मनजीत मान जी बहुत बहुत प्यार भरी सत श्री अकाल जी। प्रभात रेडियो के सारे श्रोतियां ਨੂੰ ਜਿਹੜੇ ਆਨਲਾਈਨ ਨੇ ਤੇ ਜਿਹੜੇ ਬਾਅਦ ਚ ਆਫਲਾਈਨ ਸੁਣਨਗੇ जी, ਸਾਰੇ श्रोतियां ਨੂੰ प्यार भरी सत श्री अकाल जी। आज जी स्वागत है जी। आज हाँ जी ਅੱਜ ਆਪਾਂ ਦੀਵਾਲੀ ਮਨਾ ਕੇ ਹਟੇ ਆ जी। ਤੇ ਲੇਕਿਨ ਉਹ ਲੋਕ ਜਿਹੜੇ ਤੰਦਰੁਸਤ ਨਹੀਂ ਹਨ, ਜਿਹੜੇ ਕਿਸੇ ਨਾ ਕਿਸੇ ਰੋਗ ਦਾ ਸ਼ਿਕਾਰ ਨੇ, ਉਹਨਾਂ ਲਈ ਕੋਈ ਤਿਉਹਾਰ ਜਿਹੜਾ ਉਹ ਖੁਸ਼ੀ ਭਰਿਆ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਦਾ ਫੋਕਸ ਸਿਰਫ ਇਸੇ ਗੱਲ ਤੇ ਹੁੰਦਾ ਹੈ, ਬਿਮਾਰੀ ਤੇ ਹੁੰਦਾ ਹੈ। ਕੱਲ ਵੀ ਇੱਕ ਕੋਈ ਬੰਦੇ ਨਾਲ ਗੱਲ ਹੋ ਰਹੀ ਸੀ, ਕਹਿੰਦਾ ਮੈਂ ਤਾਂ ਜੀ ਡਾਇਲਸਿਸ ਕਰਵਾ ਕੇ ਆ ਰਿਹਾ, ਮੇਰੀ ਕਾਹਦੀ ਦਵਾਈ। ਤੇ ਅੱਜ ਆਪਾਂ ਗੱਲ ਕਰਾਂਗੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ, ਸਾਡੇ ਸਰੀਰ ਦਾ ਉਹ ਅੰਗ ਜਿਹੜਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਤੇ ਜਿਹਦੇ ਬਿਨਾਂ ਗੁਜ਼ਾਰਾ ਨਹੀਂ ਚੱਲ ਸਕਦਾ। ਹਾਲਾਂਕਿ ਕੁਦਰਤ ਨੇ ਦੋ ਦਿੱਤੇ ਨੇ ਸਾਨੂੰ ਉਹ ਪੁਰਜੇ, ਜਿਹਨੂੰ ਆਪਾਂ ਕਿਡਨੀ ਕਹਿੰਦੇ ਹਾਂ, ਗੁਰਦਾ ਕਹਿੰਦੇ ਹਾਂ। ਤੇ ਸਾਰਿਆਂ ਨੇ ਸੁਣਿਆ ਹੋਣਾ ਵੀ ਇੱਕ ਨਾਲ ਕੰਮ ਚੱਲ ਜਾਂਦਾ, ਫਿਰ ਵੀ ਕੁਦਰਤ ਨੇ ਸਾਨੂੰ ਦੋ ਦਿੱਤੇ ਨੇ ਉਹ। ਤੇ ਲੇਕਿਨ ਕੁਦਰਤ ਦਾ ਦੋ ਗੁਰਦੇ ਦੇਣ ਪਿੱਛੇ ਇਹ ਕਾਰਨ ਨਹੀਂ ਸੀਗਾ ਵੀ ਤੁਸੀਂ ਉਹਨੂੰ ਖਰਾਬ ਕਰ ਲਓ ਤੇ ਦੂਜਾ ਇੱਕ ਦੂਜੇ ਤੋਂ ਦਾਨ ਲੈ ਕੇ ਤੇ ਤੁਸੀਂ ਕੰਮ ਚਲਾਓ। ਅਸੀਂ ਅੱਜ ਗੱਲ ਕਰਾਂਗੇ ਵੀ ਕਿਡਨੀ ਰੋਗ ਜਿਹੜੇ ਨੇ, ਇਹਨਾਂ ਨੂੰ ਇਹਦੀ ਵਜ੍ਹਾ ਕੀ ਬਣਦੀ ਹੈ ਤੇ ਇਹਦਾ ਜੋ ਇਲਾਜ ਅੱਜ ਆਪਾਂ ਕਰ ਰਹੇ ਹਾਂ ਜਾਂ ਜਿਸ ਇਲਾਜ ਨੂੰ ਅੱਜ ਅਸੀਂ ਪਹਿਲ ਦੇ ਰਹੇ ਹਾਂ, ਕੀ ਸੱਚਮੁੱਚ ਉਹ ਕਿਡਨੀ ਨੂੰ ਠੀਕ ਕਰ ਸਕਦਾ ਜਾਂ ਕੀ ਸੱਚਮੁੱਚ ਉਹ ਇਲਾਜ ਹੈ। ਤੇ ਜੇ ਅਸੀਂ ਉਹਨੂੰ ਇਲਾਜ ਨੂੰ ਠੀਕ ਨਹੀਂ ਸਮਝ ਰਹੇ ਤਾਂ ਫਿਰ ਕਿਹੜਾ ਤਰੀਕਾ ਹੈ ਜਿਹਦੇ ਨਾਲ ਸਹੀ ਤਰੀਕੇ ਨਾਲ ਇਲਾਜ ਕੀਤਾ ਜਾ ਸਕਦਾ ਹੈ। ਠੀਕ ਹੈ। ਜਦੋਂ ਅਸੀਂ ਸਰੀਰ ਦਾ ਸਟਰਕਚਰ ਦੇਖਦੇ ਹਾਂ ਜੀ, ਬੋਡੀ ਦੀ ਸਾਇੰਸ ਦੀ ਗੱਲ ਕਰਦੇ ਹਾਂ, ਹਿਊਮਨ ਬੋਡੀ ਦੀ ਜਿਹੜੀ ਜੋ ਅੰਦਰ ਸਿਸਟਮ ਕੰਮ ਕਰਦਾ ਹੈ, ਤਾਂ ਅਸੀਂ ਖਾਣਾ ਖਾਂਦੇ ਹਾਂ। ਅਸਲ ਚ ਕਈ ਵਾਰ ਪਹਿਲਾਂ ਵੀ ਗੱਲ ਹੋ ਚੁੱਕੀ ਹੈ ਕਿ ਸਰੀਰ ਜਿਵੇਂ ਬਾਹਰੋਂ ਦਿਖਦਾ ਹੈ ਨਾ, ਇੱਕ ਯੂਨਿਟ ਆਪਾਂ ਨੂੰ ਲੱਗਦਾ ਇੱਕ ਬੰਦਾ ਤੁਰਿਆ ਜਾਂਦਾ ਹੈ ਨਾ, ਅਸਲ ਚ ਇਹ ਅੰਦਰੋਂ ਇੱਕ ਯੂਨਿਟ ਨਹੀਂ ਹੈਗਾ ਜੀ। ਅੰਦਰ ਤਾਂ ਇਹ ਕਰੋੜਾਂ ਸੈੱਲਾਂ ਦਾ ਬਣਿਆ ਹੋਇਆ ਹੈ। ਸਾਡੇ ਅੰਦਰ ਇਹ ਕਹਿ ਲਓ ਵੀ ਕਰੋੜਾਂ ਜੀਵ ਨੇ ਜਿਹੜੇ ਮਿਲ ਕੇ ਕੰਮ ਕਰਦੇ ਨੇ, ਤਾਂ ਅਸੀਂ ਚੱਲ ਸਕਦੇ ਹਾਂ, ਤਾਂ ਅਸੀਂ ਬੋਲਦੇ ਹਾਂ, ਤਾਂ ਅਸੀਂ ਸੁਣਦੇ ਹਾਂ, ਤਾਂ ਅਸੀਂ ਦੇਖਦੇ ਹਾਂ। ਉਹ ਕਰੋੜਾਂ ਸੈੱਲ ਜਿਹੜੇ ਨੇ ਉਹ ਅਸਲ ਚ ਉਹਨਾਂ ਨੂੰ ਖੁਰਾਕ ਮਿਲਦੀ ਹੈ, ਉਹਨਾਂ ਨੂੰ ਐਨਰਜੀ ਮਿਲਦੀ ਹੈ, ਤਾਂ ਉਹ ਜਿਹੜੇ ਚੱਲ ਪਾਉਂਦੇ ਨੇ, ਜਿਹਦੇ ਕਰਕੇ ਅਸੀਂ ਤੁਰੇ ਫਿਰਦੇ ਦਿਖਦੇ ਹਾਂ ਜਾਂ ਜ਼ਿੰਦਾ ਹਾਂ। ਮਤਲਬ ਮੌਤ ਜਿਹੜੀ ਹੈ, ਮੌਤ ਸਾਡੇ ਸੈੱਲਾਂ ਦਾ ਮਰ ਜਾਣਾ ਹੀ ਮੌਤ ਹੁੰਦੀ ਹੈ। ਤੇ ਉਹ ਭਰਮ ਭੁਲੇਖਾ ਜਿਹੜਾ ਇਹ ਹੈ ਵੀ ਮਤਲਬ ਬਸ ਆਤਮਾ ਹੁੰਦੀ ਹੈ ਜੀ, ਇੱਕ ਆਤਮਾ ਨਿਕਲ ਜਾਂਦੀ ਹੈ ਸਰੀਰ ਚ, ਉਹ ਤੋਂ ਬਾਅਦ ਬੰਦਾ ਮਰ ਜਾਂਦਾ ਹੈ। ਅਸਲ ਚ ਕਰੋੜਾਂ ਸੈੱਲ ਨੇ ਜਿਹੜੇ ਮਰਦੇ ਨੇ, ਤੇ ਹਰ ਇੱਕ ਸੈੱਲ ਜਿਹੜਾ ਉਹ ਬਕਾਇਦਾ ਇੱਕ ਜਿੰਦਾ ਜੀਵ ਵਾਂਗੂ ਕੰਮ ਕਰਦਾ, ਖਾਣਾ ਵੀ ਖਾਂਦਾ ਹੈ, ਤੇ ਜਿਹੜੀ ਚੀਜ਼ ਖਾਣਾ ਖਾਂਦੀ ਹੈ ਉਹ ਵੇਸਟੇਜ ਵੀ ਨਿਕਾਲਦੀ ਹੈ। ਬਿਲਕੁਲ, ਹਾਂਜੀ। ਉਹ ਮਲ ਤਿਆਗ ਵੀ ਕਰਦੀ ਹੈ। ਤਾਂ ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਖਾਣੇ ਦੇ ਵਿੱਚ ਜਿਹੜੇ ਪੋਸ਼ਕ ਤੱਤ ਹੁੰਦੇ ਨੇ, ਉਹ ਪੋਸ਼ਕ ਤੱਤ ਜਿਹੜੇ ਆ ਲਿਵਰ ਤੋਂ ਇਜਾਜ਼ਤ ਲੈ ਕੇ ਕਹਿ ਲਓ ਜਾਂ ਲਿਵਰ ਰਾਹੀਂ ਹੁੰਦੇ ਹੋਏ ਸਾਡੇ ਖੂਨ ਚ ਘੁਲ ਜਾਂਦੇ ਨੇ ਤੇ ਸਾਡੇ ਸੈੱਲਾਂ ਤੱਕ ਪਹੁੰਚਦੇ ਨੇ। ਜਿੰਨਾ ਜ਼ਰੂਰੀ ਸਾਡੇ ਲਈ ਖਾਣਾ ਹੈ, ਓਨਾ ਹੀ ਜ਼ਰੂਰੀ ਪਾਣੀ ਵੀ ਹੈ। ਠੀਕ ਹੈ ਜੀ। ਤੇ ਪਾਣੀ ਨਾਲ ਰਿਲੇਟਡ ਜਿਹੜੇ ਇਨਗਰੀਡੀਐਂਟ ਨੇ, ਪਾਣੀ ਨਾਲ ਰਿਲੇਟਡ ਜਿਹੜੀ ਸਾਡੀ ਜ਼ਰੂਰਤ ਹੈ ਸੈੱਲਾਂ ਦੀ, ਉਹ ਕਿਡਨੀ ਪੂਰੀ ਕਰਦੀ ਹੈ। ਤੇ ਜਿੰਨਾ ਜ਼ਰੂਰੀ ਪਾਣੀ ਓਨਾ ਜ਼ਰੂਰੀ ਸਾਨੂੰ ਸਾਹ ਲੈਣਾ ਵੀ ਹੈ, ਹਵਾ ਵੀ ਸਾਡੇ ਲਈ ਉਨੀ ਹੀ ਜ਼ਰੂਰੀ ਹੈ। ਤੇ ਜਦੋਂ ਸਾਹ ਲੈਂਦੇ ਆ ਤਾਂ ਜਿਹੜੇ ਹਵਾ ਨਾਲ ਰਿਲੇਟਡ ਇਨਗਰੀਡੀਐਂਟ ਹੈ, ਉਹਨਾਂ ਨੂੰ ਫੇਫੜੇ ਸਾਡੇ ਜਿਹੜੇ ਆ ਉਹ ਅਲੱਗ ਕਰਦੇ ਨੇ ਤੇ ਬਲੱਡ ਦੇ ਵਿੱਚ ਲੋਡ ਕਰ ਦਿੰਦੇ ਨੇ।
ਤਾਂ ਹੁਣ ਆਪਾਂ ਇਹ ਸਮਝ ਲਈਏ ਵੀ 3 ਇੰਪੋਰਟੈਂਟ ਚੀਜ਼ਾਂ ਨੇ ਇਹ, ਜਿਹੜੀਆਂ ਜਿਹੜੇ ਆਪਾਂ ਬੱਚੇ ਨੂੰ ਖੁਰਾਕ ਦਿੰਦੀ ਹੈ ਮਾਂ ਜੀ, ਤੇ ਆਪਾਂ ਕਹਿ ਲਈਏ ਵੀ ਇੱਕ ਮਾਂ ਜਿਹੜੀ ਸਾਡੇ ਸੈੱਲਾਂ ਨੂੰ ਖਾਣੇ ਨਾਲ ਰਿਲੇਟਡ ਇਨਗਰੀਡੀਐਂਟ ਪ੍ਰੋਵਾਈਡ ਕਰਾਉਂਦੀ ਹੈ, ਦੂਜੀ ਮਾਂ ਹੈ ਜਿਹੜੀ ਪਾਣੀ ਨਾਲ ਰਿਲੇਟਡ ਇਨਗਰੀਡੀਐਂਟ ਪ੍ਰੋਵਾਈਡ ਕਰਾਉਂਦੀ ਹੈ, ਤੀਜੀ ਮਾਂ ਹੈ ਜਿਹੜੀ ਹਵਾ ਨਾਲ ਰਿਲੇਟਡ ਇਨਗਰੀਡੀਐਂਟ ਪ੍ਰੋਵਾਈਡ ਕਰਾਉਂਦੀ ਹੈ ਜੀ। ਤੇ ਹੁਣ ਜੇ ਇਹ ਆਰਗਨ ਜ਼ਰੂਰੀ ਨੇ ਤੇ ਫਿਰ ਜਿਹੜਾ ਹਾਰਟ ਹੈ ਉਹ ਬਈ ਉਹਦਾ ਰੋਲ ਹੈ ਬਲੱਡ ਨੂੰ ਘੁਮਾਉਂਦੇ ਰਹਿਣਾ, ਤਾਂ ਕਿ ਜਦੋਂ ਬਲੱਡ ਦੇ ਵਿੱਚ ਇਨਗਰੀਡੀਐਂਟ ਆ ਜਾਂਦੇ ਨੇ ਉਸ ਤੋਂ ਬਾਅਦ ਸੈੱਲਾਂ ਤੱਕ ਪਹੁੰਚਣ, ਇਹਦੇ ਕਰਕੇ ਬਲੱਡ ਨੂੰ ਸਰਕੂਲੇਟ ਰਹਿਣਾ ਪੈਂਦਾ ਹੈ ਤੇ ਜਿਹੜਾ ਕੰਮ ਸਾਡਾ ਦਿਲ ਕਰਦਾ ਹੈ। ਠੀਕ ਹੈ। ਹੁਣ ਜਦੋਂ ਆਪਾਂ ਕਿਡਨੀ ਰੋਗ ਦੀ ਗੱਲ ਕਰਾਂਗੇ ਤਾਂ ਅਸੀਂ ਇਹਨਾਂ ਅੰਗਾਂ ਨੂੰ ਕੱਲੇ ਕੱਲੇ ਨਹੀਂ ਦੇਖ ਸਕਦੇ, ਅਸਲ 'ਚ ਇਹ ਸਾਰੇ ਅੰਗ ਇੱਕ ਦੂਜੇ ਦੇ ਪੂਰਕ ਨੇ। ਠੀਕ ਹੈ। ਪੂਰਾ ਦਾ ਪੂਰਾ ਸਿਸਟਮ ਕੰਮ ਕਰਦਾ ਤਾਂ ਹੀ ਇਨਸਾਨ ਜ਼ਿੰਦਾ ਰਹਿੰਦਾ, ਤਾਂ ਹੀ ਤੰਦਰੁਸਤ ਰਹਿੰਦਾ। ਠੀਕ ਹੈ। ਤੇ ਜੇ ਅਸੀਂ ਇਹ ਕਹੀਏ ਕਿ ਕਿਡਨੀ ਖਰਾਬ ਹੋਣ ਦਾ ਕਾਰਨ ਕਈ ਵਾਰ ਫੇਫੜੇ ਵੀ ਹੋ ਸਕਦੇ ਆ, ਕਿਡਨੀ ਖਰਾਬ ਹੋਣ ਦਾ ਕਾਰਨ ਕਈ ਵਾਰ ਲਿਵਰ ਵੀ ਹੋ ਸਕਦਾ, ਮਤਲਬ ਇੱਕ ਦੂਜੇ ਨਾਲ ਰਿਲੇਟਡ ਨੇ। ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਵੀ ਮੰਨ ਲਓ ਸਾਡੇ ਸਰੀਰ ਦੇ ਕਿਸੇ ਵੀ ਹਿੱਸੇ ਦੇ ਸੈੱਲ ਬਿਮਾਰ ਨੇ ਜੀ, ਜਿਹੜੇ ਸੈੱਲ ਬਿਮਾਰ ਨੇ, ਸਟਰਗਲ ਕਰ ਰਹੇ ਨੇ, ਤਾਂ ਉਹਨਾਂ ਨੂੰ ਜ਼ਿਆਦਾ ਖਾਣੇ ਦੀ ਜ਼ਰੂਰਤ ਪੈਂਦੀ ਹੈ, ਜ਼ਿਆਦਾ ਭੋਜਨ ਦੀ ਜ਼ਰੂਰਤ ਪੈਂਦੀ ਹੈ। ਠੀਕ ਹੈ। ਤੇ ਜ਼ਿਆਦਾ ਭੋਜਨ ਪਹੁੰਚਾਉਣ ਲਈ ਹਾਰਟ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ, ਹਾਂਜੀ, ਉਹਨੂੰ ਬਲੱਡ ਪ੍ਰੈਸ਼ਰ ਲਗਾਤਾਰ ਵਧਾਉਣਾ ਪੈਂਦਾ ਜੀ। ਤਾਂ ਇਹ ਹੋ ਸਕਦਾ ਕਿ ਸਾਡੇ ਕਿਸੇ ਸੈੱਲ ਬਿਮਾਰ ਨੇ ਕਿਡਨੀ ਦੇ, ਲੇਕਿਨ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਦੇ ਕਰਦੇ ਲਗਾਤਾਰ ਅਗਰ ਉਹ ਬਿਮਾਰ ਰਹਿ ਰਹੇ ਨੇ ਤਾਂ ਹਾਰਟ ਜਿਹੜਾ ਉਹ ਐਗਜ਼ਾਸਟ ਹੋ ਸਕਦਾ, ਉਹ ਥੱਕ ਸਕਦਾ, ਓਵਰਵਰਕ ਕਰਨਾ ਪੈ ਸਕਦਾ ਉਹਨੂੰ ਜੀ, ਜਿਹਦੇ ਨਾਲ ਹਾਰਟ ਵੀ ਬਿਮਾਰ ਹੋ ਸਕਦਾ ਹੈ। ਠੀਕ ਹੈ। ਦਿਲ ਵੀ ਬਿਮਾਰ ਹੋ ਸਕਦਾ ਹੈ। ਇਹ ਅਗਰ ਸਾਡੇ ਕਿਸੇ ਆਰਗਨ ਦੇ ਮੰਨ ਲਓ ਦਿਲ ਦੇ ਸੈੱਲ ਸਟਰਗਲ ਕਰ ਰਹੇ ਨੇ ਬਿਮਾਰੀ ਨਾਲ, ਕਿਸੇ ਰੋਗ ਨਾਲ, ਉਹਨਾਂ ਨੂੰ ਲਗਾਤਾਰ ਪਾਣੀ ਦੀ ਜ਼ਰੂਰਤ ਹੈ, ਪਾਣੀ ਨਾਲ ਰਿਲੇਟਡ ਇਨਗਰੀਡੀਐਂਟਸ ਦੀ ਜ਼ਰੂਰਤ ਹੈ, ਤੇ ਕਿਡਨੀ ਨੂੰ ਜ਼ਿਆਦਾ ਕੰਮ ਕਰਨਾ ਪੈ ਰਿਹਾ ਹੈ, ਜਿਹਦੇ ਕਰਕੇ ਕਿਡਨੀ ਜਿਹੜੀ ਹੈ ਓਵਰਲੋਡ ਹੋ ਸਕਦੀ ਹੈ, ਓਵਰਵਰਕ ਹੋ ਸਕਦੀ ਹੈ। ਤਾਂ ਇਹਨੂੰ ਇਸ ਤਰ੍ਹਾਂ ਦੇਖਿਆ ਜਾਣਾ ਕਿ ਜੀ ਕਿਡਨੀ ਖਰਾਬ ਹੈ ਤੇ ਕਿਡਨੀ ਦਾ ਇਲਾਜ ਕੀਤਾ ਜਾਵੇ, ਲੇਕਿਨ ਉਹਦੀ ਵਜ੍ਹਾ ਜਿਹੜੀ ਹੈ ਜੇ ਉਹਨੂੰ ਨਾ ਲੱਭਿਆ ਜਾਵੇ ਕਿ ਕਿਸ ਵਜ੍ਹਾ ਕਰਕੇ ਕਿਡਨੀ ਖਰਾਬ ਹੋ ਰਹੀ ਹੈ, ਉਹ ਜਦੋਂ ਤੱਕ ਵਜ੍ਹਾ ਲੱਭੀ ਨਹੀਂ ਜਾਂਦੀ ਉਦੋਂ ਤੱਕ ਉਹਦਾ ਇਲਾਜ ਨਹੀਂ ਹੋ ਸਕਦਾ। ਇਹੀ ਚੀਜ਼ ਜਿਹੜੀ ਅਸੀਂ ਮਤਲਬ ਸਮਝਦੇ ਹਾਂ ਕਿ ਮਾਡਰਨ ਮੈਡੀਸਨ ਦਾ ਜਿਹੜਾ ਸਿਸਟਮ ਹੈ ਉਹ ਇਹ ਠੀਕ ਹੈ। ਤੁਸੀਂ ਦੇਖੋ ਜੀ, ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਕਿੰਨੇ ਟੈਸਟ ਕੀਤੇ ਜਾਂਦੇ ਨੇ, ਪਤਾ ਲਾਇਆ ਜਾਂਦਾ ਵੀ ਕਿਹੜਾ ਪ੍ਰੋਬਲਮ ਕਿੱਥੇ ਆ ਜਾਂਦਾ। ਠੀਕ ਹੈ। ਮਤਲਬ ਜਦੋਂ ਆਪਾਂ ਅੱਜ ਕਿਡਨੀ ਦੀ ਗੱਲ ਕਰਦੇ ਆ, ਇੱਕ ਬਹੁਤ ਇੰਪੋਰਟੈਂਟ ਆਰਗਨ ਦੀ ਗੱਲ ਕਰਦੇ ਆ, ਜੇ ਆਪਾਂ ਨੂੰ ਕਈ ਵਾਰ ਇਹ ਗੱਲ ਸਾਡੇ ਧਿਆਨ 'ਚ ਨਹੀਂ ਹੁੰਦੀ ਵੀ ਹਾਰਟ ਫੇਲੂਅਰ ਨਾਲ ਅਸੀਂ ਸੁਣਿਆ ਮੌਤ ਹੋ ਜਾਂਦੀ ਹੈ, ਤਾਂ ਮੌਤ ਕਿਡਨੀ ਫੇਲੂਅਰ ਨਾਲ ਵੀ ਹੋ ਜਾਂਦੀ ਹੈ ਜੀ। ਅਚਾਨਕ ਕਿਡਨੀ ਕੰਮ ਕਰਨਾ ਅਗਰ ਬੰਦ ਕਰ ਦਿੰਦੀ ਹੈ ਤਾਂ ਇਨਸਾਨ ਦੀ ਮੌਤ ਹੋ ਸਕਦੀ ਹੈ। ਠੀਕ ਹੈ। ਇਸ ਕਰਕੇ ਕਿਡਨੀ ਵੀ ਹਾਰਟ ਵਾਂਗ ਜਾਂ ਦੂਸਰੇ ਆਰਗਨਸ ਵਾਂਗ, ਲਿਵਰ ਵਾਂਗ ਬਹੁਤ ਇੰਪੋਰਟੈਂਟ ਆਰਗਨ ਹੈ। ਕੱਲਾ ਸਾਡੇ ਸੈੱਲਾਂ ਨੂੰ ਪਾਣੀ ਨਾਲ ਰਿਲੇਟਡ ਇਨਗਰੀਡੀਐਂਟ ਪ੍ਰੋਵਾਈਡ ਹੀ ਨਹੀਂ ਕਰਦੀ ਕਿਡਨੀ, ਬਲਕਿ ਜਿਹੜੀ ਬਲੱਡ ਦੇ ਵਿੱਚ ਵੇਸਟੇਜ ਆ ਉਹਨੂੰ ਵੀ ਬਾਹਰ ਕੱਢਦੀ ਹੈ। ਠੀਕ ਹੈ। ਖੂਨ ਦੇ ਵਿੱਚ, ਕਿਉਂਕਿ ਸੈੱਲ ਜਦੋਂ ਉਹਨਾਂ ਨੂੰ ਖੁਰਾਕ ਮਿਲਦੀ ਹੈ, ਸੈੱਲ ਜਦੋਂ ਵੀ ਮਤਲਬ ਭੋਜਨ ਲੈਂਦਾ ਹੈ ਤਾਂ ਉਹ ਆਪਣੀ ਵੇਸਟੇਜ ਵੀ ਖੂਨ ਤੋਂ ਹੀ ਉਹ ਭੋਜਨ ਲੈਂਦਾ ਤੇ ਖੂਨ ਦੇ ਵਿੱਚ ਵੀ ਆਪਣੀ ਵੇਸਟੇਜ ਛੱਡ ਦਿੰਦਾ ਜੀ। ਜਿਵੇਂ ਆਪਾਂ ਘਰ ਦੇ ਵਿੱਚ ਸਬਜ਼ੀ ਲੈ ਕੇ ਆਉਂਦੇ ਆ, ਕੱਟਦੇ ਆ, ਛਿਲਦੇ ਆ, ਧਰ ਕੇ, ਤੇ ਫਿਰ ਜਿਹੜੇ ਛਿੱਲੜ ਨੇ
ਆਪਾਂ ਡਸਟਬਿਨ ਚ ਪਾ ਲੈਂਦੇ ਤੇ ਬਾਹਰ ਇੱਕ ਡਸਟਬਿਨ ਪਿਆ ਹੁੰਦਾ ਉਹ ਚ ਪਾ ਦਿੰਦੇ ਆ ਤੇ ਫਿਰ ਉੱਥੋਂ ਗੱਡੀ ਆਉਂਦੀ ਉਸ ਡਸਟਬਿਨ ਨੂੰ ਲੈ ਕੇ ਕੂੜੇ ਨੂੰ ਬਾਹਰ ਚਲੀ ਜਾਂਦੀ ਹੈ। ਇਹ ਸਾਡਾ ਸੈੱਲ ਜਿਹੜਾ ਹੈ ਉਹ ਬਲੱਡ ਚੋਂ ਖਾਣਾ ਲੈਂਦਾ ਤੇ ਜਿਹੜੀ ਵੇਸਟੇਜ ਹੁੰਦੀ ਹੈ ਉਹ ਬਲੱਡ ਦੇ ਵਿੱਚ ਹੀ ਛੱਡ ਦਿੰਦਾ ਜੀ। ਤੇ ਕਿਡਨੀ ਜਿਹੜੀ ਹੈ ਉਹ ਬਹੁਤ ਤਰ੍ਹਾਂ ਦੀ ਵੇਸਟੇਜ ਜਿਹੜੀ ਹੈ ਉਹਨੂੰ ਉਹ ਬਾਹਰ ਕੱਢਦੀ ਹੈ ਪਿਸ਼ਾਬ ਦੇ ਰਸਤੇ ਜੀ। ਹੁਣ ਆਪਾਂ ਗੱਲ ਕਰੀਏ ਇਲਾਜ ਦੀ, ਜਿਹੜਾ ਇਲਾਜ ਆਪਾਂ ਕਰ ਰਹੇ ਹਾਂ ਪਹਿਲਾਂ ਉਹਦੀ ਗੱਲ ਕਰੀਏ ਜੀ। ਤਾਂ ਮੇਰਾ ਇੱਕ ਛੋਟਾ ਜਿਹਾ ਸਵਾਲ ਹੁੰਦਾ ਹੈ ਹਮੇਸ਼ਾ ਕਿ ਜਦੋਂ ਡਾਕਟਰ ਇਹ ਕਹਿੰਦਾ ਹੈ ਕਿ ਤੁਹਾਡੀ ਕਿਡਨੀ ਖਰਾਬ ਹੋ ਚੁੱਕੀ ਹੈ, ਹੁਣ ਇਸ ਕਿਡਨੀ ਨੂੰ ਬਦਲਣਾ ਪਏਗਾ, ਜੀ। ਤਾਂ ਇੱਕ ਸਵਾਲ ਬਹੁਤ ਇੰਪੋਰਟੈਂਟ ਸਵਾਲ ਬਣਦਾ ਹੈ ਕਿ ਜਿਸ ਵਜ੍ਹਾ ਕਰਕੇ ਓਰੀਜਨਲ ਕਿਡਨੀ ਜਿਹੜੀ ਕੁਦਰਤ ਨੇ ਸਾਨੂੰ ਦਿੱਤੀ ਉਹ ਖਰਾਬ ਹੋਈ ਹੈ, ਅਗਰ ਉਸ ਵਜ੍ਹਾ ਨੂੰ ਦੂਰ ਨਾ ਕੀਤਾ ਗਿਆ, ਕਿਡਨੀ ਬਦਲ ਦਿੱਤੀ ਗਈ ਤਾਂ ਜਿਹੜੀ ਨਵੀਂ ਕਿਡਨੀ ਲਗਾਈ ਜਾ ਰਹੀ ਹੈ ਕਿ ਉਹ ਖਰਾਬ ਨਹੀਂ ਹੋਏਗੀ ਜੀ। ਜੇ ਉਸ ਵਜ੍ਹਾ ਨੂੰ ਦੂਰ ਨਾ ਕੀਤਾ ਗਿਆ, ਜਿਸ ਵਜ੍ਹਾ ਕਰਕੇ ਪਹਿਲੀ ਕਿਡਨੀ ਖਰਾਬ ਹੋਈ ਹੈ, ਤਾਂ ਅਗਰ ਉਸ ਵਜ੍ਹਾ ਨੂੰ ਦੂਰ ਨਾ ਕੀਤਾ ਗਿਆ ਤਾਂ ਦੂਜੀ ਕਿਡਨੀ ਵੀ ਖਰਾਬ ਹੋਏਗੀ, ਹਰ ਹਾਲਤ 'ਚ ਹੋਏਗੀ ਜੀ। ਤੇ ਮਤਲਬ ਇਹ ਕੋਈ ਤਰੀਕਾ ਨਹੀਂ ਹੈਗਾ। ਮੈਂ ਫਿਰ ਕਹਿਣਾ ਚਾਹੁੰਦਾ ਵੀ ਹਿਊਮਨ ਬੋਡੀ ਕੋਈ ਕਾਰ ਨਹੀਂ ਹੈਗੀ। ਇੱਕ ਪੁਰਜਾ ਖਰਾਬ ਹੋਇਆ, ਅਸੀਂ ਉਹ ਕੱਢ ਕੇ ਬਾਹਰ ਸੁੱਟਤਾ, ਬਾਜ਼ਾਰੋਂ ਨਵਾਂ ਖਰੀਦ ਕੇ ਲਿਆ ਕੇ ਲਾ ਦਿੱਤਾ। ਇਸ ਤਰੀਕੇ ਨਾਲ ਅਗਰ ਅਸੀਂ ਇਲਾਜ ਕਰਦੇ ਹਾਂ ਤੇ ਇਹ ਇਲਾਜ ਜਿਹੜਾ ਨਾ ਉਹ ਸਹੀ ਤਰੀਕਾ ਨਹੀਂ ਹੈਗਾ ਇਲਾਜ ਦਾ। ਇੱਕ ਛੋਟਾ ਜਿਹਾ ਸਵਾਲ ਇੱਥੇ ਬਣਦਾ ਹੈ ਜੀ, ਵੈਸੇ ਹਲੇ ਸਰੋਤਿਆਂ ਦੇ ਤਾਂ ਨਹੀਂ ਸਵਾਲ ਆਏ, ਸਾਡੇ ਅਸੀਂ ਕਿਡਨੀ ਰੋਗ ਤੇ ਅੱਜ ਗੱਲ ਕਰ ਰਹੇ ਹਾਂ ਔਰ ਡਾਇਲਿਸਿਸ ਇੱਕ ਖਤਰਨਾਕ ਸ਼ਬਦ ਹੈ। ਜਦੋਂ ਇਹ ਸੁਣਦੇ ਆ ਤਾਂ ਵਾਕਈ ਡਰ ਲੱਗਦਾ ਵੀ ਬਸ ਗਿਆ, ਖਤਮ ਹੈ ਬੰਦਾ। ਇਸਦੇ ਸ਼ੁਰੂਆਤੀ ਜਿਹੜੇ ਸਿੰਪਟਮ ਹੈ ਮੈਂ ਉਹਨਾਂ ਤੇ ਗੱਲ ਕਰਾਂਗੀ ਕਿਉਂਕਿ ਮੈਂ ਇਹ ਚੀਜ਼ ਨੂੰ ਹੰਢਾਇਆ ਹੈਗਾ ਆਪਣੇ ਨਾਲ। ਸੋ ਕੁਝ ਸਿੰਪਟਮ ਜਿਵੇਂ ਆਪਾਂ ਕਹਿ ਦਈਏ ਕਿ ਸਾਡੀ ਬਾਡੀ ਦੇ ਵਿੱਚ, ਤੁਹਾਡੇ ਵੱਲੋਂ ਸ਼ੋਰ ਬਹੁਤ ਆ ਰਿਹਾ ਜੀ, ਥੋੜਾ ਜਿਹਾ। ਮੇਰੇ ਵੱਲੋਂ ਸ਼ੋਰ ਆ ਰਿਹਾ? ਹਾਂਜੀ, ਇਹ ਹੈਡਫੋਨ ਦਾ ਸ਼ੋਰ ਹੈ ਜਾਂ ਕੁਝ ਹੋਰ? ਕਲੀਅਰ ਕਰੋ। ਅੱਛਾ ਚਲੋ, ਮੈਂ ਹਾਂਜੀ ਜੈਕਟ ਪਾਈ ਹੋਈ, ਸ਼ਾਇਦ ਉਹ ਹਿੰਦੀ ਹੁੰਦੀ। ਹਾਂਜੀ। ਸੋ ਮੈਂ ਇਹ ਤਾਂ ਪੁੱਛਣਾ ਚਾਹੁੰਦੀ ਆ ਕਿਉਂਕਿ ਸਾਡੇ ਇਹਨਾਂ ਪੇਂਡੂ ਪਿਛੋਕੜ ਦੇ ਲੋਕਾਂ ਦੇ ਵਿੱਚ ਹਲੇ ਵੀ ਇਸ ਚੀਜ਼ ਦੀ ਥੋੜੀ ਜੀ ਘਾਟ ਕਹਿ ਲਈਏ, ਕਿਉਂਕਿ ਸ਼ਹਿਰਾਂ ਦੇ ਤਾਂ ਆਪਾਂ ਕੀ ਕਰਦੇ ਆ ਜੀ, ਕੋਲੇ ਕੋਲੇ ਡਾਕਟਰ ਹੁੰਦੇ ਹੈਗੇ, ਅਸੀਂ ਸ਼ਹਿਰ 'ਚ ਬੈਠੇ ਆ, ਫਟਾਫਟ ਚੱਕ ਲੈਂਦੇ ਆ ਮਰੀਜ਼ ਨੂੰ, ਹਸਪਤਾਲ ਲੈ ਜਾਂਦੇ ਆ, ਡਾਕਟਰ ਤੋਂ ਸਲਾਹ ਕਰ ਲੈਂਦੇ ਆ। ਪਰ ਜਿਹੜਾ ਇੱਕ ਪਿੰਡ ਦੇ ਵਿੱਚ ਕੋਈ ਇਨਸਾਨ ਮੇਰੇ ਵਰਗਾ ਰਹਿ ਰਿਹਾ ਜੀ, ਸ਼ਹਿਰ ਆ ਕੇ ਉਹਨੂੰ ਟੈਸਟ ਕਰਵਾਉਣਾ ਪਊਗਾ ਜਾਂ ਦੱਸਣਾ ਪਊਗਾ ਅਸੀਂ ਆਪਣੇ ਪਿੰਡ ਦੇ ਵਿੱਚ ਜਿਹੜੇ ਡਾਕਟਰ ਹੈ ਉਹਨਾਂ ਤੋਂ ਹੀ ਪੇਨ ਕਿਲਰਸ ਲਈ ਜਾਂਦੇ ਆ, ਠੀਕ ਹੋਈ ਜਾਂਦੇ ਆ। ਤਾਂ ਕੀ ਲੱਛਣ, ਸ਼ੁਰੂਆਤੀ ਲੱਛਣ ਕੀ ਹੈ ਕਿ ਸਾਡੀਆਂ ਕਿਡਨੀਆਂ ਅਫੈਕਟ ਹੋਣੀਆਂ ਸ਼ੁਰੂ ਹੋ ਗਈਆਂ? ਮੈਨੂੰ ਇਹ ਜਿਹੜੀ ਹੈ ਬੜੀ ਮੈਂ ਕਰੇਜ਼ ਆ ਇਸ ਚੀਜ਼ ਨੂੰ ਪੁੱਛਣ ਦੇ ਲਈ, ਕਿਉਂਕਿ ਮੈਂ ਆਪਣੇ ਫਾਦਰ ਦੇ ਵਿੱਚ ਹੁਣ ਪਤਾ ਲੱਗ ਰਿਹਾ ਮੈਨੂੰ ਕਈ ਗੱਲਾਂ ਤੋਂ ਕਿ ਉਹਨਾਂ ਦੇ ਵਿੱਚ ਕੁਝ ਇਹੋ ਜਿਹੇ ਸਿੰਪਟਮ ਦਿਖ ਰਹੇ ਸੀ ਕਿ ਉਹ ਇਫੈਕਟ ਹੋ ਰਹੇ ਹੈ। ਪਰ ਉਹ ਕੀ ਕਰਦੇ ਸੀ, ਪੇਨ ਹੁੰਦਾ ਸੀ ਕਿਉਂਕਿ ਉਹ ਪਿੰਡ 'ਚ ਰਹਿੰਦੇ ਸੀ, ਬਾਕੀ ਪਰਿਵਾਰ ਸ਼ਹਿਰ 'ਚ ਰਹਿੰਦਾ ਸੀ, ਉਹਨਾਂ ਦੀ ਜਿੱਦ ਸੀ ਅਸੀਂ ਮੈਂ ਪਿੰਡ 'ਚ ਹੀ ਰਹਿਣਾ, ਤਾਂ ਬਾਕੀ ਪਰਿਵਾਰ ਜੌਬ ਵਾਲਾ ਸੀਗਾ, ਬੱਚਾ ਛੋਟਾ ਸੀ, ਸਾਨੂੰ ਇੱਧਰ ਸ਼ਿਫਟ ਹੋਣਾ ਪੈਣਾ ਸੀ। ਤਾਂ ਉਹ ਹੁਣ ਬਾਅਦ ਦੇ ਵਿੱਚ ਸਾਡੇ ਰਿਸ਼ਤੇਦਾਰ ਮੇਰਾ ਜੋ ਬਾਕੀ ਹੈਗੇ ਨੇ ਉਹ ਦੱਸਦੇ ਆ ਕਿ ਪੇਨ ਹੁੰਦਾ ਸੀ ਤਾਂ ਇਹਨੇ ਕੀ ਕਰਨਾ ਸੀ, ਪੇਨ ਕਿਲਰ ਲੈ ਲੈਣਾ ਸੀ ਡਾਕਟਰ ਤੋਂ, ਤੇ ਇਹਨਾਂ ਦੀ ਆਈਜ਼ ਤੇ ਵੀ ਇਫੈਕਟ ਹੋਇਆ ਸੀ। ਮੀਨਸ ਇੱਕ ਵਾਰੀ ਪਾਪਾ ਜੀ ਦੀ ਆਈਜ਼ ਬਿਲਕੁਲ ਜਿਹੜੀਆਂ ਨਿਗਾਹ ਕਮਜ਼ੋਰ ਹੋ ਗਈ ਸੀ ਤਾਂ ਉਹਨਾਂ ਨੂੰ ਬਹੁਤਾ ਲਾਈਟ ਦੇ ਵਿੱਚ ਦਿਖਾਈ ਨਹੀਂ ਸੀ ਦਿੰਦਾ। ਤਾਂ ਮੈਂ ਕੁਐਸਚਨ ਮੇਰੇ ਸਾਰੇ ਸਰੋਤਿਆਂ ਦੇ ਵੱਲੋਂ ਹੀ ਪੁੱਛਣਾ ਚਾਹੁੰਦੀ ਹਾਂ ਕਿਉਂਕਿ ਅਸੀਂ ਹਲੇ ਵੀ ਡੀਪਲੀ ਇਸ ਚੀਜ਼ ਦੇ ਲਈ ਜਾਣਕਾਰ ਨਹੀਂ ਹੈਗੇ ਵੀ ਲੱਛਣ ਕੀ ਹੈ ਜੇ ਕਿਡਨੀ ਇਫੈਕਟ ਹੋ ਰਹੀ ਹੈ ਜੀ। ਦੇਖੋ ਜੀ, ਕਿਡਨੀ ਦਾ ਕੰਮ ਆਪਾਂ ਜਾਣ ਲਿਆ ਕਿ ਬਹੁਤ ਮਹੱਤਵਪੂਰਨ ਕੰਮ ਹੈ ਕਿ ਖੂਨ ਦੇ ਵਿੱਚੋਂ ਵੇਸਟੇਜ ਨੂੰ ਬਾਹਰ ਕੱਢਣਾ ਜੀ, ਜਿਹਦੇ ਨਾਲ ਸਾਨੂੰ ਪਿਸ਼ਾਬ ਆਉਂਦਾ ਹੈ। ਅਗਰ ਕਿਸੇ ਵਿਅਕਤੀ ਨੂੰ ਪਿਸ਼ਾਬ ਆਉਣ 'ਚ ਦਿੱਕਤ, ਮਤਲਬ ਪਿਸ਼ਾਬ ਦੀ ਮਾਤਰਾ ਘਟ ਜਾਂਦੀ ਹੈ, ਅੱਛਾ ਜੀ, ਯੂਰਿਨ ਜਿਹੜਾ ਪਾਸ ਕਰਦੇ ਆ ਆਪਾਂ, ਮਤਲਬ ਜਦੋਂ ਉਸ ਯੂਰਿਨ ਦੀ ਕੁਆਂਟੀਟੀ ਘਟ ਜਾਂਦੀ ਹੈ, ਮਾਤਰਾ ਘਟ ਜਾਂਦੀ ਹੈ, ਤੇ ਇਹਦੇ ਨਾਲ ਦੂਜੀ ਚੀਜ਼ ਕੀ ਹੁੰਦੀ ਹੈ, ਫਿਰ ਪਾਣੀ, ਫਾਲਤੂ ਪਾਣੀ ਜਿਹੜਾ ਹੈ ਉਹਨੇ ਬਾਹਰ ਕੱਢਣਾ ਹੁੰਦਾ ਜੀ, ਉਹ
ਮਤਲਬ ਇਹ ਗੱਲ ਆਪਾਂ ਨੂੰ ਸਮਝਣ, ਦੇਖਿਓ ਅਸੀਂ ਅਗਰ ਹਵਾ ਲੈਂਦੇ ਆ ਉਹਦੇ ਚ ਆਕਸੀਜਨ ਤੇ ਕੁਝ ਹੋਰ ਇਨਗਰੀਡੀਅੰਟ ਬਲੱਡ ਚਲੇ ਜਾਂਦੇ, ਬਾਕੀ ਬਾਹਰ ਕੱਢਦੇ ਆ ਆਪਾਂ ਸਾਰਾ ਹੀ, ਹੈ ਨਾ ਜੀ ਬਿਲਕੁਲ। ਜਿਵੇਂ ਖਾਣਾ ਖਾਂਦੇ ਆ ਤੇ ਅਸੀਂ ਸਟੂਲ ਪਾਸ ਕਰਦੇ ਆ, ਜਿਹੜਾ ਪਾਣੀ ਪੀਣਾ ਸਾਰਾ ਦਾ ਸਾਰਾ ਸਰੀਰ ਨਹੀਂ ਇਸਤੇਮਾਲ ਕਰਦਾ, ਉਹਦੇ ਬਾਹਰ ਜਾਣਾ ਹੁੰਦਾ। ਬਾਕੀ ਦੇ ਨੇ ਜਿਹੜੇ ਇਨਗਰੀਡੀਅੰਟ ਜ਼ਰੂਰੀ ਨੇ ਉਹ ਬੋਡੀ ਨੇ ਲੈਣੇ ਆ, ਤੇ ਬਾਕੀ ਜਿਹੜਾ ਪਾਣੀ ਉਹ ਬਾਹਰ ਜਾਣਾ ਹੁੰਦਾ। ਠੀਕ ਹੈ। ਤੇ ਉਹਦਾ ਇੱਕੋ ਹੀ ਸੋਰਸ ਹੈ, ਮਤਲਬ ਪਸੀਨੇ ਰਾਹੀਂ ਵੀ ਚਲਿਆ ਜਾਂਦਾ ਬਾਹਰ, ਲੇਕਿਨ ਪਿਸ਼ਾਬ ਜਿਹੜਾ ਉਹ ਮੁੱਖ ਉਹਦਾ ਸੋਰਸ ਹੈ ਬਾਹਰ ਜਾਣ ਦਾ। ਜਦੋਂ ਪਿਸ਼ਾਬ ਆਉਣ ਦੀ ਮਾਤਰਾ ਘਟ ਜੇ ਤੇ ਉਸ ਤੋਂ ਬਾਅਦ ਨਾਲ ਇਹਦੇ ਹੁੰਦਾ ਕਿ ਉਹ ਪਾਣੀ ਫਿਰ ਬੋਡੀ ਦੇ ਵਿੱਚ ਰੁਕਣਾ ਸ਼ੁਰੂ ਹੋ ਜਾਂਦਾ, ਉਹਦੇ ਨਾਲ ਤੁਹਾਡੀਆਂ ਲੱਤਾਂ ਪੈਰ ਸੁੱਜ ਜਾਂਦੇ ਨੇ। ਸਹੀ। ਪੈਰਾਂ ਨੂੰ ਸਵੈਲਿੰਗ ਜਿਹੜੀ ਹੈ ਨਾ, ਇਹ ਸਭ ਤੋਂ ਪਹਿਲਾ ਨਿਸ਼ਾਨ ਹੈ, ਕਹਿ ਲਓ ਵੀ ਮਤਲਬ ਆ ਜਾਂਦਾ ਜਦੋਂ ਕਿਸੇ ਵਿਅਕਤੀ ਦੇ ਪੈਰ ਲਗਾਤਾਰ ਸੁੱਜੇ ਰਹਿੰਦੇ ਆ, ਤਾਂ ਉਹਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ। ਔਰ ਪਿਸ਼ਾਬ ਦੀ ਮਾਤਰਾ ਘੱਟ ਜੇ ਜੀ ਤੇ ਇਹ ਸਿੱਧਾ ਕਿਡਨੀ ਨਾਲ ਸੰਬੰਧਿਤ ਜਿਹੜਾ ਉਹ ਸਿੰਪਟਮ ਹੋ ਸਕਦੇ ਨੇ ਜੀ। ਤੇ ਉਸ ਤੋਂ ਬਾਅਦ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਜ਼ਿਆਦਾ ਤਕਲੀਫ ਹੁੰਦੀ ਹੈ ਤਾਂ ਕਿਡਨੀ ਦੇ ਉਸ ਜਗ੍ਹਾ ਤੇ ਪੇਨ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਪੇਨ ਦਾ ਮਤਲਬ ਇਹ ਹੈ ਜੀ ਕਿ ਬੋਡੀ ਸਾਨੂੰ ਦੱਸਣਾ ਚਾਹੁੰਦੀ ਹੈ ਵੀ ਇਸ ਥਾਂ ਤੇ ਧਿਆਨ ਦਿਓ ਜੀ। ਪੇਨ ਦਾ ਸਿਗਨਲ ਤਾਂ ਹੀ ਦਿੱਤਾ ਜਾਂਦਾ ਸਰੀਰ ਵੱਲੋਂ ਕਿ ਤੁਹਾਡਾ ਧਿਆਨ ਆਕਰਸ਼ਿਤ ਕਰਨਾ ਚਾਹੁੰਦੀ ਉਸ ਪਾਰਟੀਕੂਲਰ ਜਗ੍ਹਾ ਤੇ ਵੀ ਇੱਥੇ ਕੋਈ ਤਕਲੀਫ ਹੈ, ਇੱਥੇ ਤੁਸੀਂ ਧਿਆਨ ਦਿਓ ਜੀ। ਤਾਂ ਉਹਦੇ ਚ ਹੁਣ ਅਸਲ ਚ ਜਦੋਂ ਆਪਾਂ ਟ੍ਰੀਟਮੈਂਟ ਪ੍ਰੋਟੋਕੋਲ ਦੀ ਗੱਲ ਕਰਦੇ ਹਾਂ ਜੀ, ਇੱਕ ਚੀਜ਼ ਬਹੁਤ ਸੀਰੀਅਸਲੀ ਮੈਂ ਕਹਿਣੀ ਚਾਹੁੰਦਾ, ਕਿਉਂਕਿ ਪਿਛਲੇ ਦਿਨਾਂ ਚ ਬਹੁਤ ਸਾਰੇ ਕਿਡਨੀ ਪੇਸ਼ੈਂਟ ਨਾਲ ਮੇਰੀ ਗੱਲਬਾਤ ਹੋਈ ਹੈ ਜੀ, ਜਿਹਦੇ ਚ ਇਹ ਦੱਸਿਆ ਗਿਆ ਵੀ ਟੈਸਟ ਕਰਵਾਏ ਸੀ, ਕ੍ਰੀਟਿਨਿਨ ਵਧਿਆ ਹੋਇਆ ਸੀ ਤੇ ਡਾਕਟਰ ਨੇ ਡਾਇਲਿਸਿਸ ਕਰਨ ਲਾਤਾ। ਬਿਲਕੁਲ ਇਹੀ ਚੀਜ਼ ਆਈ ਸੀ ਸਾਹਮਣੇ। ਹਾਂਜੀ, ਮਤਲਬ ਇਹ ਆ ਵੀ ਕ੍ਰੀਟਿਨਿਨ, ਹੁਣ ਜੇ ਇੱਕ ਪੇਸ਼ੈਂਟ ਮੈਨੂੰ ਦੱਸ ਰਿਹਾ ਸੀ, ਲੇਡੀ ਔਰਤ ਦਾ ਹਸਬੈਂਡ ਨਾਲ ਗੱਲ ਹੋਈ, ਕਹਿੰਦੇ ਜੀ ਸਾਡੇ ਤਾਂ ਉਹਦੇ ਵਾਈਫ ਦੇ ਯੂਟਰਸ ਦੇ ਵਿੱਚ ਸੀਗਾ ਕੋਈ ਛੋਟਾ ਜਿਹਾ ਟਿਊਮਰ, ਤੇ ਯੂਟਰਸ ਰਿਮੂਵ ਕਰਨ ਲਈ ਡਾਕਟਰ ਨੇ ਕਿਹਾ। ਅਸੀਂ ਯੂਟਰਸ ਦੇ ਮਾਮਲੇ 'ਚ ਡਾਕਟਰ ਕੋਲ ਗਏ ਸੀ, ਉੱਥੇ ਉਹਨੇ ਸਾਰੇ ਟੈਸਟ ਕੀਤੇ, ਕਿਉਂਕਿ ਅੱਜ ਕੱਲ੍ਹ ਤਾਂ ਤੁਹਾਨੂੰ ਸਿੰਪਲ ਬੁਖਾਰ ਵੀ ਹੈ ਤਾਂ ਡਾਕਟਰ ਕਿਡਨੀ ਫੰਕਸ਼ਨ, ਲਿਵਰ ਫੰਕਸ਼ਨ, ਇਹ ਸਾਰੇ ਫੰਕਸ਼ਨ ਦੇ ਟੈਸਟ ਕਰ ਦਿੰਦਾ ਜੀ। ਉਹਦੇ ਪਿੱਛੇ ਵੀ ਮਤਲਬ ਇੱਕ ਬਹੁਤ ਵੱਡਾ ਕਾਰਨ ਹੈ ਕਿ ਹਰ ਹਸਪੀਟਲ ਨੇ ਆਪਣੀ ਲੈਬੋਰਟਰੀ ਬਣਾਈ ਹੋਈ ਹੈ, ਉਹ ਕਮਾਈ ਦਾ ਇੱਕ ਸਾਧਨ ਬਣਿਆ ਹੋਇਆ ਜੀ। ਸਾਨੂੰ ਇਹ ਲੱਗਦਾ ਵੀ ਬਹੁਤ ਵਧੀਆ ਗੱਲ ਹੈ ਜੀ, ਪੂਰੀ ਇਨਵੈਸਟੀਗੇਸ਼ਨ ਹੋ ਰਹੀ ਹੈ, ਸਾਨੂੰ ਪੇਸ਼ੈਂਟ ਨੂੰ ਤਸੱਲੀ ਹੋ ਜਾਂਦੀ ਇਸ ਗੱਲ ਦੀ ਵੀ ਵਾਹ ਪਹਿਲਾਂ ਇਹ ਬਿਮਾਰੀ ਨੂੰ ਲੱਭਿਆ ਗਿਆ, ਫਿਰ ਇਹਦਾ ਇਲਾਜ ਸ਼ੁਰੂ ਕੀਤਾ ਗਿਆ ਜੀ। ਤੇ ਉਹ ਟੈਸਟ ਜਿਹਨਾਂ ਦੀ ਮਤਲਬ ਲੋੜ ਵੀ ਨਹੀਂ ਹੁੰਦੀ, ਉਹ ਟੈਸਟ ਵੀ ਕਰ ਦਿੱਤੇ ਜਾਂਦੇ ਨੇ। ਤੇ ਉਹਦੇ ਚੋਂ ਕਹਿੰਦਾ ਵੀ ਕ੍ਰੀਟਿਨਿਨ ਵਧਿਆ ਹੋਇਆ ਸੀ ਤੇ ਡਾਕਟਰ ਨੇ ਯੂਟਰਸ ਰਿਮੂਵ ਕਰਨ ਦੇ ਨਾਲ ਨਾਲ ਡਾਇਲਿਸਿਸ ਵੀ ਸ਼ੁਰੂ ਕਰ ਦਿੱਤਾ। ਓ ਮਾਈ ਗॉड ਜੀ। ਲੇਕਿਨ ਅਸਲ ਦੇ ਵਿੱਚ ਕੀ ਆ ਕਿ ਜਦੋਂ ਆਪਾਂ ਬਹੁਤ ਸਾਰੀਆਂ ਰਿਸਰਚ ਇਸ ਗੱਲ ਤੇ ਦੱਸਦੀਆਂ ਨੇ, ਜਦੋਂ ਇੱਕ ਹੈਲਦੀ ਇਨਸਾਨ ਦੇ ਟੈਸਟ ਕਰਦੇ ਆ ਆਪਾਂ, ਜਿਹਨੂੰ ਕੋਈ ਤਕਲੀਫ ਨਹੀਂ ਹੈ, ਤਾਂ ਉਹਦੀ ਟੈਸਟ ਰਿਪੋਰਟ ਦੇ ਵਿੱਚ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਉੱਪਰ ਥੱਲੇ ਆ ਸਕਦੀਆਂ ਨੇ। ਕਿਸੇ ਦਾ ਕੋਲੈਸਟਰੋਲ ਵਧਿਆ ਹੋਇਆ, ਕਿਸੇ ਦਾ ਕੋਈ ਮਤਲਬ ਉਹ ਹਾਈ ਕੀ ਕਹਿੰਦੇ ਚੰਗਾ ਕੋਲੈਸਟਰੋਲ ਹੈ ਉਹ ਵਧਿਆ ਹੋਇਆ, ਕਿਸੇ ਦਾ ਬੁਰਾ ਕੋਲੈਸਟਰੋਲ ਵਧਿਆ ਘਟਿਆ ਹੋਇਆ, ਕੁਛ ਚੀਜ਼ਾਂ ਜਿਹੜੀਆਂ ਨੇ ਕੁਛ ਰੀਡਿੰਗ ਤੁਹਾਡੀਆਂ ਉੱਪਰ ਥੱਲੇ ਆ ਸਕਦੀਆਂ ਨੇ। ਬਿਲਕੁਲ ਜੀ। ਸਾਡਾ ਮੰਨਣਾ ਇਹ ਹੈ ਬਈ ਉਹ ਸਾਰੀਆਂ ਚੀਜ਼ਾਂ ਤੁਹਾਡੇ ਸਰੀਰ ਦੇ ਅੰਦਰ ਲਗਾਤਾਰ ਸਾਰੇ ਫੰਕਸ਼ਨ ਚੱਲਦੇ ਰਹਿੰਦੇ ਨੇ, ਬੋਡੀ ਉਹਨਾਂ ਨੂੰ ਹੈਂਡਲ ਕਰਦੀ ਰਹਿੰਦੀ ਹੈ। ਕੋਈ ਚੀਜ਼ ਅੱਜ ਅਗਰ ਵਧੀ ਹੋਈ ਹੈ, ਕੁਛ ਦਿਨਾਂ ਬਾਅਦ ਉਹ ਘਟ ਸਕਦੀ ਹੈ, ਨਾਰਮਲ ਆ ਜਾਏਗੀ ਜੀ। ਤਾਂ ਜਦੋਂ ਤੱਕ ਸਰੀਰ ਖੁਦ ਇਹਨਾਂ ਚੀਜ਼ਾਂ ਨੂੰ ਹੈਂਡਲ ਕਰਦਾ ਰਹਿੰਦਾ ਹੈ, ਉਦੋਂ ਤੱਕ ਉਹ ਲੱਛਣ ਨਹੀਂ ਆਉਣ ਦਿੰਦਾ ਬਾਹਰ। ਓਕੇ ਜੀ। ਲੱਛਣ ਉਦੋਂ ਹੀ ਆਉਂਦੇ ਨੇ ਜਦੋਂ ਸਰੀਰ ਸਟਰਗਲ ਕਰ ਰਿਹਾ, ਉਹਨਾਂ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰੇ ਲੇਕਿਨ ਨਹੀਂ ਹੋ ਪਾ ਰਿਹਾ, ਉਸ ਤੋਂ ਬਾਅਦ ਹੀ ਲੱਛਣ ਹੋ ਰਹੇ ਨੇ। ਇਸ ਕਰਕੇ ਸਾਡਾ ਮੰਨਣਾ ਇਹ ਹੈ ਵੀ ਜਦੋਂ ਤੱਕ ਸਰੀਰ 'ਚ ਕੋਈ ਲੱਛਣ ਨਹੀਂ ਹੈ, ਉਦੋਂ ਤੱਕ ਕਿਸੇ ਕਿਸਮ ਦੇ ਟੈਸਟ ਕਰਵਾਉਣਾ ਜਾਂ ਕਿਸੇ ਕਿਸਮ ਦਾ ਟ੍ਰੀਟਮੈਂਟ ਲੈਣਾ ਉਹ ਸਹੀ ਨਹੀਂ ਹੈ ਜੀ। ਮਤਲਬ ਜਦੋਂ ਹੁਣ ਆਮ ਤੌਰ ਤੇ ਇਹੀ ਹੁੰਦਾ ਜੀ, ਤੁਸੀਂ ਟੈਸਟ ਕਰਾਇਆ, ਤੁਹਾਡਾ ਕੋਲੈਸਟਰੋਲ ਵਧਿਆ, ਤੁਹਾਨੂੰ ਕੋਲੈਸਟਰੋਲ ਦੀ ਗੋਲੀ ਲਾ ਦਿੱਤੀ, ਬਿਲਕੁਲ ਲੱਗ ਜਾਂਦੀ ਹੈ ਜੀ।
है ना। कोई भी ਜਿਹੜਾ ਪੈਟਰਨ ਤੁਹਾਡਾ ਉੱਪਰ ਥੱਲੇ ਕੋਈ ਵੀ ਹੁੰਦਾ ਹੈ ਉਹਦੇ ਤੇ ਉਹਦੀ ਦਵਾਈ ਤੁਹਾਨੂੰ ਲਗਾਤਾਰ ਖਾਣ ਨੂੰ ਦੇ ਦਿੱਤੀ ਜਾਂਦੀ ਹੈ ਤੇ ਸਾਨੂੰ ਇਹ ਲੱਗਦਾ ਹੈ ਵੀ ਅਸੀਂ ਬਚ ਗਏ ਜੀ, ਚੰਗਾ ਹੋਇਆ ਅਸੀਂ ਟੈਸਟ ਕਰਾ ਲਿਆ, ਬਚਾਅ ਹੋ ਗਿਆ, ਹੁਣ ਇਹ ਗੋਲੀ ਸਾਨੂੰ ਬਚਾ ਲਏਗੀ, ਜਦ ਕਿ ਉਲਟਾ ਹੁੰਦਾ ਹੈ। ਤੁਹਾਡਾ ਬਲੱਡ ਪ੍ਰੈਸ਼ਰ ਵਧਿਆ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਤੁਸੀਂ ਗੋਲੀ ਖਾ ਰਹੇ ਹੋ, ਗੋਲੀ ਲਗਾਤਾਰ ਤੁਹਾਡੇ ਦਿਲ ਨੂੰ ਕਮਜ਼ੋਰ ਕਰ ਰਹੀ ਹੈ, ਹੋਰ ਬਹੁਤ ਸਾਰੇ ਸਾਈਡ ਇਫੈਕਟ ਦੇ ਰਹੀ ਹੈ ਤੇ ਤੁਹਾਨੂੰ ਇੱਕ ਅੱਧੀ ਬਿਮਾਰੀ ਹੋਰ ਗੰਭੀਰ ਰੋਗ ਦਾ ਸ਼ਿਕਾਰ ਬਣਾਏਗੀ। ਤੁਹਾਡਾ ਸ਼ੂਗਰ ਲੈਵਲ ਵਧਿਆ ਹੋਇਆ, ਆਮ ਤੌਰ ਤੇ ਤੁਸੀਂ ਦੇਖਦੇ ਹੋ ਮੇਰੇ ਕੋਲ ਤਾਂ ਬਹੁਤ ਸਾਰੇ ਪੇਸ਼ੈਂਟ ਏਦਾਂ ਦੇ ਆਉਂਦੇ ਜਿਹੜੇ ਕਹਿੰਦੇ ਵੀ ਅਸੀਂ ਬੁਖਾਰ ਹੋਇਆ ਸੀ, ਬੁਖਾਰ ਦੇ ਵਿੱਚ ਅਸੀਂ ਡਾਕਟਰ ਕੋਲ ਇਲਾਜ ਕਰਾਉਣ ਗਏ ਸੀ, ਉਹਨੇ ਸ਼ੂਗਰ ਚੈੱਕ ਕੀਤੀ, ਸ਼ੂਗਰ ਵਧੀ ਹੋਈ ਸੀ, ਉਹਨੇ ਨਾਲ ਗੋਲੀ ਲਾਤੀ ਸ਼ੂਗਰ ਦੀ। ਬਿਲਕੁਲ ਜੀ। ਹੁਣ ਜਦੋਂ ਕਿ ਨੈਚੁਰਲੀ ਆਪਾਂ ਸ਼ੂਗਰ ਵਾਲਾ ਸੈਗਮੈਂਟ ਵੀ ਗੱਲ ਕੀਤੀ ਸੀ ਤੇ ਬੁਖਾਰ ਦੇ ਦੌਰਾਨ ਤੁਹਾਡਾ ਸ਼ੂਗਰ ਤੇ ਬੀਪੀ ਬੋਡੀ ਨਾਰਮਲੀ ਵਧਾ ਲੈਂਦੀ ਹੈ, ਨੈਚੁਰਲੀ ਵਧਾ ਲੈਂਦੀ ਹੈ, ਉਹ ਲੋੜ ਹੈ ਉਹਦੀ। ਠੀਕ ਹੈ ਜੀ। ਸਿਰਫ ਕਿਸੇ ਇੱਕ ਚੀਜ਼ ਦੇ ਵਧੇ ਹੋਣ ਲਈ ਮਤਲਬ ਕੱਲੇ ਕ੍ਰੀਟੀਨਿਨ ਵਧਣ ਤੇ ਕਿਸੇ ਪੇਸ਼ੈਂਟ ਨੂੰ ਡਾਇਲਿਸਿਸ ਤੇ ਲਗਾ ਦੇਣਾ ਇਹ ਜ਼ੁਲਮ ਹੈ, ਕਿਉਂਕਿ ਸਾਨੂੰ ਅੱਜ ਸਰੋਤਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਡਾਇਲਿਸਿਸ ਜਿਹੜਾ ਕੋਈ ਇਲਾਜ ਨਹੀਂ ਹੈ। ਇਹ ਭਰਮ ਜਿਹੜਾ ਪਾਲਣਾ ਹੈ ਵੀ ਜਦੋਂ ਮੈਂ ਡਾਇਲਿਸਿਸ ਕਰਵਾ ਲਿਆ ਤਾਂ ਮੇਰਾ ਇਲਾਜ ਹੋ ਰਿਹਾ, ਕਿਡਨੀ ਮੇਰੀ ਠੀਕ ਹੋ ਰਹੀ ਹੈ, ਇਹ ਗਲਤ ਭਰਮ ਹੈ। ਡਾਇਲਿਸਿਸ ਜਿਹੜਾ ਉਹ ਕਿਡਨੀ ਦਾ ਇਲਾਜ ਨਹੀਂ ਹੈ। ਡਾਇਲਿਸਿਸ ਤਾਂ ਸਿਰਫ ਇਹ ਹੈ ਕਿ ਜਿਹੜਾ ਕੰਮ ਕਿਡਨੀ ਨੇ ਵੇਸਟੇਜ ਨੂੰ ਬਾਹਰ ਕੱਢਣ ਦਾ ਕਰਨਾ ਸੀ ਉਹ ਹੁਣ ਅਸੀਂ ਕਿਡਨੀ ਦੀ ਬਜਾਏ ਇੱਕ ਆਰਟੀਫਿਸ਼ੀਅਲ ਤਰੀਕਾ ਵਰਤ ਰਹੇ, ਇੱਕ ਮਸ਼ੀਨ ਤੋਂ ਕੰਮ ਲੈ ਰਿਹਾ, ਉਹ ਵੇਸਟੇਜ ਬਲੱਡ ਤੋਂ ਬਾਹਰ ਜਾ ਰਹੀ ਹੈ। ਪਰ ਇਹਦੇ ਨਾਲ ਪੇਸ਼ੈਂਟ ਕਿੰਨਾ ਉਸ ਦੁੱਖ ਦੇ ਵਿੱਚ ਜਾਂਦਾ ਹੈ, ਪੇਸ਼ੈਂਟ ਨੂੰ ਕਿੰਨੀ ਪੇਨ ਹੁੰਦੀ ਹੈ ਤੇ ਕਿੰਨਾ ਉਹਦੀ ਬਾਡੀ ਦਾ ਜਿਹੜਾ ਉਹ ਸਾਰਾ ਸਿਸਟਮ ਖਰਾਬ ਹੋ ਚੁੱਕਿਆ ਹੁੰਦਾ ਹੈ ਕਿ ਜਿਵੇਂ ਤੁਸੀਂ ਸੋਜਿਸ਼ ਕਹੀ ਹੈ, ਇਹ ਕੁਝ ਜੋ ਸਿਸਟਮ ਹੈ ਮੇਰੇ ਆਪਣੀ ਅੱਖਾਂ ਦੇ ਦੇਖੇ ਹੋਏ ਹੈ ਕਿ ਬਿਲਕੁਲ ਕੰਪੈਰੀਜ਼ਨ ਕਰਦੀ ਹੁੰਦੀ ਸੀ ਮੈਂ ਕਿ ਤੁਹਾਡੇ ਪੈਰਾਂ ਦੀ ਸਵੈਲਿੰਗ ਵੱਧ ਰਹੀ ਹੈ ਤਾਂ ਅੱਗੋਂ ਉਹਨਾਂ ਨੇ ਕਹਿਣਾ ਨਹੀਂ ਸਾਰਾ ਦਿਨ ਮੈਂ ਬੈਠਾ ਰਹਿਣਾ ਨਾ ਤਾਂ ਕਰਕੇ ਪੈਰ ਸੁੱਜ ਰਹੇ ਆ, ਵੈਸੇ ਨਾਰਮਲ ਹੈ। ਸੋ ਡਾਇਲਿਸਿਸ ਕਰਾ ਕੇ ਉਹਨਾਂ ਨੂੰ ਏਦਾਂ ਰਾਹਤ ਮਿਲਦੀ ਸੀਗੀ ਕਿ ਮੈਂ ਬਹੁਤ ਰਿਲੈਕਸ ਹੋ ਗਿਆ, ਹੁਣ ਮੇਰਾ ਜਿਹੜਾ ਭਾਰ ਹੈ ਉਹ ਠੀਕ ਹੋ ਗਿਆ, ਕਿਉਂਕਿ ਡਾਇਲਿਸਿਸ ਤੱਕ ਉਹਨਾਂ ਦਾ ਸਰੀਰ ਦਾ ਫੁੱਲਣਾ ਔਰ ਹਾਰਡ ਹੋਣਾ, ਕਿਉਂਕਿ ਉਹਨਾਂ ਦਾ ਢਿੱਡ ਸੀਗਾ ਜਿਹੜਾ ਉਹ ਪੂਰਾ ਸਖਤ ਹੋ ਜਾਂਦਾ ਸੀਗਾ, ਤਾਂ ਜਿਵੇਂ ਕਹਿ ਦਈਏ ਕਿ ਉੱਪਰ ਨੂੰ ਉਫਾਰ ਆ ਜਾਂਦਾ ਸੀਗਾ, ਉਹਨਾਂ ਦੀ ਛਾਤੀ ਤੇ ਢਿੱਡ ਇੱਕੋ ਜਿਹਾ ਜਿਹੜਾ ਲੈਵਲ ਹੋ ਜਾਂਦਾ। ਸੋ ਕਈ ਚੀਜ਼ਾਂ ਮੈਂ ਦੇਖਦੀ ਤਾਂ ਹੁੰਦੀ ਸੀ, ਮੈਂ ਰੋਕਦੀ ਵੀ ਮੈਂ ਟੋਕਦੀ ਵੀ, ਪਰ ਉਹ ਕਹਿੰਦੇ ਨਾ ਕਿ ਹਰੇਕ ਦਾ ਆਪਣਾ ਆਪਣਾ ਸਿਸਟਮ ਹੁੰਦਾ ਹੈ। ਸੋ ਸਾਰਿਆਂ ਨੇ ਕਹਿ ਦੇਣਾ ਨਹੀਂ ਇਹਨਾਂ ਦਾ ਇਲਾਜ ਚੱਲਦਾ ਹੈ, ਇਹ ਠੀਕ ਹੈਗੀ, ਅੱਗੇ ਨਾਲੋਂ ਫਰਕ ਹੈ। ਸੋ ਪਰ ਆਖਿਰ ਦੇ ਵਿੱਚ ਪਤਾ ਲੱਗਿਆ ਨਾ ਵੀ ਫਰਕ ਨਹੀਂ ਸੀ, ਉਹ ਤਾਂ ਬਿਲਕੁਲ ਡੈਮੇਜ ਹੁੰਦੇ ਜਾ ਰਹੇ ਸੀਗੇ ਜੀ। ਮਤਲਬ ਇੱਕ ਗੱਲ ਜਿਹੜੀ ਹੈ ਸਾਨੂੰ ਸਮਝਣੀ ਚਾਹੀਦੀ ਹੈ, ਤੁਸੀਂ ਕਿਉਂਕਿ ਅਸਲ ਚ ਨਾ ਇਨਸਾਨ ਕਈ ਤਰੀਕੇ ਦੇ ਸਿੱਖਣ ਦੇ, ਪੜ੍ਹ ਕੇ ਸਿੱਖਦਾ, ਸੁਣ ਕੇ ਸਿੱਖਦਾ, ਪ੍ਰੈਕਟੀਕਲੀ ਦੇਖ ਕੇ। ਮੈਂ ਮਤਲਬ ਇਹ ਗੱਲ ਕਹਿਣੀ ਚਾਹੁੰਦਾ ਵੀ ਤੁਸੀਂ ਕਿਸੇ ਵੀ ਉਸ ਮਰੀਜ਼ ਨੂੰ ਪੁੱਛ ਕੇ ਦੇਖੋ ਜਿਹਦਾ ਡਾਇਲਿਸਿਸ ਹੋ ਰਿਹਾ ਵੀ ਜਿਸ ਦਿਨ ਡਾਇਲਿਸਿਸ ਸ਼ੁਰੂ ਹੋਇਆ ਸੀ ਤੇਰਾ, ਉਸ ਦਿਨ ਜੋ ਪੋਜੀਸ਼ਨ ਸੀ ਕਿ ਲਗਾਤਾਰ ਡਾਇਲਿਸਿਸ ਕਰਨ ਤੋਂ ਬਾਅਦ ਤੇਰੀ ਹੈਲਥ ਕੰਡੀਸ਼ਨ ਜਿਹੜੀ ਹੈ ਉਹ ਸੁਧਰੀ ਹੈ ਜਾਂ ਵਿਗੜੀ ਹੈ? ਬਹੁਤ ਬੁਰਾ ਹਾਲ ਜੀ। ਮਤਲਬ ਇਹ ਚੀਜ਼ ਤਾਂ ਸਾਨੂੰ ਸਮਝਣੀ ਪਊਗੀ ਨਾ। ਅਸੀਂ ਕਹਿੰਦੇ ਵੀ ਇੱਕ ਇਲਾਜ ਚੱਲ ਰਿਹਾ, ਉਹ ਇਲਾਜ ਕੀ ਪੇਸ਼ੈਂਟ ਦੀ ਮੈਡੀਕਲ ਕੰਡੀਸ਼ਨ ਨੂੰ ਸੁਧਾਰ ਰਿਹਾ ਜਾਂ ਹੋਰ ਵਿਗਾੜ ਰਿਹਾ ਸੀ ਜੀ। ਬਿਲਕੁਲ। ਹੁਣ ਪਹਿਲਾਂ ਮਹੀਨੇ 'ਚ ਇੱਕ ਵਾਰ ਡਾਇਲਿਸਿਸ ਹੁੰਦਾ, ਫਿਰ ਮਹੀਨੇ 'ਚ 2 ਵਾਰ ਹੋ ਜਾਂਦਾ, ਫਿਰ ਹਫ਼ਤੇ ਬਾਅਦ ਹੁੰਦਾ, ਫਿਰ ਹਫ਼ਤੇ 'ਚ 2 ਵਾਰ ਕਰਨਾ ਪੈਂਦਾ। ਇਹਦਾ ਮਤਲਬ ਕੀ ਹੈ ਜੀ? ਇਹਦਾ ਮਤਲਬ ਇਹ ਹੈ ਕਿ ਪੇਸ਼ੈਂਟ ਲਗਾਤਾਰ ਹੋਰ ਬਿਮਾਰ ਹੋ ਰਿਹਾ। ਜੇ ਉਹਦੀ ਡਿਊਰੇਸ਼ਨ ਘੱਟ ਰਹੀ ਹੈ ਡਾਇਲਿਸਿਸ ਦੀ, ਇਹ ਤਾਂ ਜੇ ਤਾਂ ਏਦਾਂ ਹੋਵੇ ਵੀ ਪੇਸ਼ੈਂਟ ਦਾ ਇੱਕ ਵਾਰ ਡਾਇਲਿਸਿਸ ਕਰਤਾ ਜੀ, ਠੀਕ ਹੈ, ਐਮਰਜੈਂਸੀ ਸੀਗੀ, ਡਾਇਲਿਸਿਸ ਕਰਤਾ ਤੇ ਉਸ ਤੋਂ ਬਾਅਦ ਕੋਈ ਇਹੋ ਜਿਹਾ ਇਲਾਜ ਕੀਤਾ ਜਾਵੇ ਜਿਹਦੇ ਨਾਲ ਉਹਦੀ ਕਿਡਨੀ ਠੀਕ ਹੋ ਜੇ ਜੀ, ਤਾਂ ਕਿ ਦੁਬਾਰਾ ਡਾਇਲਿਸਿਸ ਦੀ ਜ਼ਰੂਰਤ ਨਾ ਪਵੇ ਜੀ। ਇਹੋ ਜਿਹਾ ਤਾਂ ਕੁਛ ਹੋ ਹੀ ਨਹੀਂ ਰਿਹਾ। ਮਤਲਬ ਇੱਕ ਵੀ ਪੇਸ਼ੈਂਟ ਇਹੋ ਜਿਹਾ ਲੱਭ ਕੇ ਦਿਖਾਓ ਜਿਹੜਾ ਡਾਇਲਿਸਿਸ ਤੇ ਜਾਣ ਤੋਂ ਬਾਅਦ ਵਾਪਸ ਮੁੜਿਆ ਹੋਵੇ ਜੀ। ਵੀ ਠੀਕ ਹੈ ਜੀ, ਇੱਕ ਵਾਰ ਡਾਕਟਰ ਨੇ ਐਮਰਜੈਂਸੀ ਡਾਇਲਿਸਿਸ ਕਰਤਾ, ਉਹ ਤੋਂ ਬਾਅਦ ਦੇਖ ਲਓ ਮੈਨੂੰ ਡਾਇਲਿਸਿਸ ਕਰਾਉਣ ਦੀ ਲੋੜ ਨਹੀਂ ਪਈ। ਇਹਨੂੰ ਤਾਂ ਆਪਾਂ ਇਲਾਜ ਕਹੀਏ ਜੀ, ਇਹਨੂੰ ਤਾਂ ਆਪਾਂ ਮੰਨ ਸਕਦੇ ਹਾਂ।
ਵੀ ਠੀਕ ਹੈ ਜੀ, ਡਾਇਲਸਿਸ ਐਮਰਜੈਂਸੀ ਕੰਡੀਸ਼ਨ ਨੂੰ ਹੈਂਡਲ ਕਰਨ ਲਈ ਡਾਇਲਸਿਸ ਕੀਤਾ ਗਿਆ, ਉਸ ਤੋਂ ਬਾਅਦ ਕਿਡਨੀ ਦਾ ਇਲਾਜ ਹੋ ਗਿਆ, ਕਿਡਨੀ ਠੀਕ ਹੋ ਗਈ, ਡਾਇਲਸਿਸ ਬੰਦ ਹੋ ਗਿਆ ਜੀ। ਇਹੋ ਜਿਹਾ ਤਾਂ ਇੱਕ ਵੀ ਰੋਗੀ ਨਹੀਂ ਲੱਭੇਗਾ ਤੁਹਾਨੂੰ। ਡਾਇਲਸਿਸ ਤੇ ਜਦੋਂ ਪੇਸ਼ੈਂਟ ਚਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਤੁਹਾਡੀ ਕਿਡਨੀ ਜਿਹੜੀ ਹੈ, ਜਿਹਦਾ ਮਾੜਾ ਮੋਟਾ ਫੰਕਸ਼ਨ ਉਹ ਕਰ ਵੀ ਰਹੀ ਸੀ, ਉਹ ਵੀ ਹੌਲੀ ਹੌਲੀ ਉਹ ਬੰਦ ਕਰ ਦਿੰਦੀ ਹੈ ਕੰਮ ਕਰਨਾ। ਕਿਡਨੀ ਪੂਰੀ ਤਰ੍ਹਾਂ ਡੈਮੇਜ ਹੋ ਜਾਂਦੀ ਹੈ ਤੇ ਅਗਲੀ ਆਪਸ਼ਨ ਸਿਰਫ ਟ੍ਰਾਂਸਪਲਾਂਟ ਹੀ ਹੈ, ਹੋਰ ਕੋਈ ਤਰੀਕਾ ਨਹੀਂ ਹੈ ਜੀ। ਡਾਇਲਸਿਸ ਕਿਉਂ ਕਰਵਾਉਂਦਾ ਬੰਦਾ? ਵੀ ਡਾਕਟਰ ਤਾਂ ਉਹਨੂੰ ਕਹਿ ਦਿੰਦਾ ਦੇਖੋ ਜੀ ਕਿਡਨੀ ਬਦਲਣੀ ਪੈਣੀ ਹੈ, ਜਦ ਤੱਕ ਤੁਹਾਡੇ ਕੋਲ ਕਿਡਨੀ ਬਦਲ ਜੋਗੇ ਪੈਸੇ ਹੈ ਨਹੀਂ, ਜਦੋਂ ਤੱਕ ਤੁਹਾਡੇ ਕੋਲ ਅਰੇਂਜਮੈਂਟ ਹੈ ਨਹੀਂ, ਉਹਨਾਂ ਚਿਰ ਤੁਸੀਂ ਡਾਇਲਸਿਸ ਦਾ ਕੰਮ ਚਲਾ ਲਓ। ਮਤਲਬ ਭਾੜੇ ਦੀ ਜ਼ਿੰਦਗੀ ਹੈ ਇੱਕ ਤਰ੍ਹਾਂ ਦੀ, ਵੀ ਡਾਇਲਸਿਸ ਹੋ ਰਿਹਾ ਹੈ, ਬੰਦਾ ਜਿਉਂਦਾ, ਲੇਕਿਨ ਉਹ ਜੀਵਨ ਜਿਹੜਾ ਨਾ, ਤੁਸੀਂ ਡਾਇਲਸਿਸ ਪੇਸ਼ੈਂਟ ਨਾਲ ਗੱਲ ਕਰਕੇ ਦੇਖੋਗੇ ਤਾਂ ਇੱਕ ਤਾਂ ਪੂਰਾ ਦਿਨ ਉਹਦਾ ਉੱਥੇ ਲੱਗ ਜਾਂਦਾ ਹੈ, ਲੱਗਦਾ ਹੈ ਜੀ, ਇੱਕ ਬੰਦਾ ਉਹਦੇ ਨਾਲ ਹੁੰਦਾ ਹੈ। ਉਸ ਤੋਂ ਬਾਅਦ ਉਹਨੂੰ ਜਿਹੜੀ ਤਕਲੀਫ ਹੁੰਦੀ ਆ ਉਸ ਸਮੇਂ ਡਾਇਲਸਿਸ ਕਰਨ ਦੇ ਮੌਕੇ, ਉਹ ਸਾਰੀਆਂ ਚੀਜ਼ਾਂ ਨੂੰ ਅਗਰ ਕਾਊਂਟ ਕਰਦੇ ਆ ਤੇ ਇਹ ਜੀਵਨ ਨੂੰ ਜੀਣਾ ਨਹੀਂ ਕਿਹਾ ਜਾ ਸਕਦਾ। ਬਹੁਤ ਦਰਦ ਭਰੀ ਜ਼ਿੰਦਗੀ ਹੁੰਦੀ ਹੈ ਉਹ। ਤੇ ਅਸਲ ਦੇ ਵਿੱਚ ਕੀ ਆ ਕਿ ਸਾਨੂੰ ਮਤਲਬ ਏਦਾਂ ਕਿਹਾ ਜਾਂਦਾ ਹੈ ਵੀ ਚੰਗਾ ਹੋਇਆ ਤੁਸੀਂ ਆ ਗਏ, ਜੇ ਡਾਇਲਸਿਸ ਨਾ ਕਰਦੇ ਪਤਾ ਨਹੀਂ ਕੀ ਹੋ ਜਾਣਾ ਸੀ ਤੁਹਾਡੇ ਨਾਲ। ਬਿਲਕੁਲ ਜੀ, ਬਿਲਕੁਲ। ਇਸ ਤਰ੍ਹਾਂ ਸਾਨੂੰ ਜਤਾਇਆ ਜਾਂਦਾ ਹੈ। ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਫਿਲਮਾਂ 'ਚ ਵੀ ਡਾਕਟਰ ਚੰਗਾ ਹੋਇਆ ਜੀ, ਜੇ 5 ਮਿੰਟ ਹੋਰ ਲੇਟ ਹੋ ਜਾਂਦੇ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ। ਇੱਕ ਸਵਾਲ ਬਾਰ-ਬਾਰ ਸਰਬਜੀਤ ਜੀ ਤੁਸੀਂ ਪੁੱਛ ਰਹੇ ਹੋ, ਗੁਰਦੇ ਦੀ ਬਿਮਾਰੀ ਦੀ ਗੱਲਬਾਤ ਮੈਨੂੰ ਲੱਗਦਾ ਆਪਾਂ ਫਿਰ ਕਰਾਂਗੇ ਡਾਕਟਰ ਸਾਹਿਬ, ਹੈ ਨਾ? ਰਾਈਟ, ਅੱਜ ਸਿਰਫ ਔਰ ਸਿਰਫ ਕਿਡਨੀ ਤੇ ਗੱਲਬਾਤ ਹੋ ਰਹੀ ਹੈ ਔਰ ਤੁਹਾਡੇ 2 ਸਵਾਲ ਇਸੇ ਕਰਕੇ ਨਹੀਂ ਸੀ ਮੈਂ ਵਿੱਚ ਐਡ ਕੀਤੇ ਕਿਉਂਕਿ ਦੋਨੋਂ ਸਵਾਲ ਤੁਹਾਡੇ ਗੁਰਦੇ ਤੇ ਸੀਗੇ। ਸੋ ਪਹਿਲਾ ਸਵਾਲ ਡਾਕਟਰ ਸਾਹਿਬ ਇਹਨਾਂ ਦਾ ਸੀਗਾ ਕਿ ਡਾਕਟਰ ਜੀ ਗੁਰਦੇ ਦੀ ਬਿਮਾਰੀ ਤੋਂ ਪੀੜਿਤ ਹੋਣ ਦੇ ਲੱਛਣ, ਔਰ ਦੂਜਾ ਇਹਨਾਂ ਦਾ ਸਵਾਲ ਹੈ ਕਿ ਸਾਨੂੰ ਬਿਨਾਂ ਲੱਛਣਾਂ ਦੇ ਗੰਭੀਰ ਗੁਰਦੇ ਦੀ ਬਿਮਾਰੀ ਹੋ ਸਕਦੀ ਹੈ। ਇਹ ਮੈਨੂੰ ਲੱਗਦਾ ਆਪਣੇ ਦੋਨੋਂ ਸਵਾਲ ਜਦੋਂ ਆਪਾਂ ਇੱਕ ਗੁਰਦੇ ਦਾ ਅਲੱਗ ਸੈਗਮੈਂਟ ਰੱਖ ਲਵਾਂਗੇ ਉਸ ਤੇ ਕਲੀਅਰ ਹੋ ਜਾਣਗੇ। ਨਹੀਂ, ਗੁਰਦੇ ਦੀ ਬਿਮਾਰੀ ਦਾ ਦੇਖੋ ਦੋਨੋਂ ਗੱਲਾਂ ਆ ਜਾਣਗੀਆਂ ਇਹਦੇ ਤੇ, ਕੋਈ ਰੌਲਾ ਨਹੀਂ ਹੈਗਾ ਜੀ। ਦੇਖੋ ਪਹਿਲੀ ਗੱਲ ਕਿ ਬਿਨਾਂ ਲੱਛਣ ਤੋਂ ਇਹ ਹੋ ਸਕਦਾ ਕਿ ਕਿਡਨੀ ਦੀ ਗੰਭੀਰ ਬਿਮਾਰੀ ਹੈ? ਨਹੀਂ, ਇਹਨਾਂ ਨੇ ਪੁੱਛਿਆ ਗੁਰਦੇ ਦੀ ਬਿਮਾਰੀ ਤੋਂ ਪੀੜਿਤ ਹੋਣ ਦੇ ਲੱਛਣ ਕੀ ਨੇ, ਪਲੱਸ ਇਹਨਾਂ ਦਾ ਹੈ ਕਿ ਸਾਨੂੰ ਬਿਨਾਂ ਲੱਛਣਾਂ ਦੇ ਗੰਭੀਰ ਗੁਰਦੇ ਦੀ ਬਿਮਾਰੀ ਹੋ ਸਕਦੀ ਹੈ, ਵੀ ਲੱਛਣ ਵੀ ਕੋਈ ਨਾ ਦਿਖਾਈ ਦਿੰਦੇ ਹੋਣ ਤੇ ਬਾਅਦ ਦੇ ਵਿੱਚ ਪਤਾ ਲੱਗੇ ਕਿ ਅਸੀਂ ਅਫੈਕਟਡ ਹੈ ਇਸ ਬਿਮਾਰੀ। ਨਹੀਂ ਹੁੰਦਾ ਜੀ, ਇਸ ਤਰ੍ਹਾਂ ਕਦੀ ਵੀ ਨਹੀਂ ਹੁੰਦਾ ਜੀ, ਕਦੀ ਵੀ ਨਹੀਂ ਹੁੰਦਾ ਵੀ ਲੱਛਣ ਕੋਈ ਨਹੀਂ ਹੈ ਤੇ ਕੋਈ ਬੋਲੇ ਜੀ ਕਿਡਨੀ ਖਰਾਬ ਹੋ ਗਈ ਜੀ, ਏਦਾਂ ਨਹੀਂ ਹੁੰਦਾ ਜੀ। ਮਤਲਬ ਲੱਛਣ ਤਾਂ ਤੁਹਾਨੂੰ ਜਦੋਂ ਕਿਡਨੀ ਦੀ ਪਰਫਾਰਮੈਂਸ ਜਿਹੜੀ ਹੈ ਉਹ 50% ਲਗਭਗ ਲੋ ਹੋ ਜੇ ਅਗਰ ਜੀ, ਤਾਂ ਉਹਦੇ ਨਾਲ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਆ ਜੀ। ਤੁਸੀਂ ਦੇਖਿਆ ਹੋਣਾ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਦੋਂ ਜਾਂਦੇ ਨੇ ਡਾਕਟਰ ਕਹਿੰਦੇ 50% ਤੇਰੀ ਕਿਡਨੀ ਖਰਾਬ ਹੋ ਗਈ ਜਾਂ ਸ਼ਰਿੰਕ ਹੋ ਗਈ ਹੈ, ਕੋਈ ਮਤਲਬ ਉਹਦਾ ਅਲੱਗ-ਅਲੱਗ ਤਰ੍ਹਾਂ ਦੇ ਮੈਡੀਕਲ ਨਾਮ ਨੇ ਜੀ। ਇਹਦਾ ਮਤਲਬ ਤੁਹਾਡੀ ਕਿਡਨੀ ਦੀ ਪਰਫਾਰਮੈਂਸ ਜਿਹੜੀ ਉਹ 50% ਰਹਿ ਗਈ ਹੈ ਜੀ। ਹੁਣ ਤੁਹਾਨੂੰ ਡਾਇਲਸਿਸ ਕਰਵਾਉਣਾ ਪਊਗਾ। ਹਾਂਜੀ, ਡਾਇਲਸਿਸ ਕਰਵਾਉਣ ਤੋਂ ਬਾਅਦ ਕਦੀ ਏਦਾਂ ਨਹੀਂ ਹੁੰਦਾ ਵੀ ਇਹ 50% ਡੈਮੇਜ ਸੀ ਕਿਡਨੀ, ਹੁਣ ਇਹ 40% ਡੈਮੇਜ ਰਹਿ ਗਈ ਹੈ, ਹੁਣ 30 ਡੈਮੇਜ ਰਹਿ ਗਈ ਹੈ, ਹੁਣ 20 ਰਹਿ ਗਈ ਹੈ ਤੇ ਹੁਣ ਠੀਕ ਹੋ ਗਈ ਹੈ ਜੀ। ਏਦਾਂ ਕਦੀ ਨਹੀਂ ਹੁੰਦਾ ਜੀ। ਹੁੰਦਾ ਕੀ ਹੈ ਕਿ ਤੁਸੀਂ 50% ਡੈਮੇਜ ਤੇ ਡਾਕਟਰ ਕੋਲ ਗਏ, ਡਾਇਲਸਿਸ ਸ਼ੁਰੂ ਹੋ ਗਿਆ, ਫਿਰ 60% ਡੈਮੇਜ ਹੋ ਗਈ, ਫਿਰ 70 ਡੈਮੇਜ ਹੋ ਗਈ, ਫਿਰ 80 ਡੈਮੇਜ ਹੋ ਗਈ, 90 ਡੈਮੇਜ ਹੋ ਗਈ। ਡਾਕਟਰ ਹੁਣ ਕਹਿੰਦਾ ਹੁਣ ਜੀ ਤੁਹਾਡੀ ਕਿਡਨੀ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀ ਹੈ ਤੇ ਹੁਣ ਇਹ ਟ੍ਰਾਂਸਪਲਾਂਟ ਹੀ ਕਰਾਉਣਾ ਪਏਗਾ ਜੀ। ਮਤਲਬ ਅਸਲ 'ਚ ਜਿਹੜੀ ਅੱਜ ਦੀ ਗੱਲਬਾਤ ਦਾ ਆਪਣਾ ਮੁੱਖ ਬਿੰਦੂ ਹੈ ਉਹ ਇਹ ਹੈ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਨੇ, ਕਰੋੜਾਂ ਹੀ ਹੋਣਗੇ ਸਾਡੇ ਦੇਸ਼ ਜਿਹੜੇ ਡਾਇਲਸਿਸ ਕਰਵਾ ਰਹੇ ਨੇ, ਰੈਗੂਲਰ ਕਰਵਾ ਰਹੇ ਨੇ ਜੀ। ਹਾਂਜੀ, ਸਵਾਲ ਇਹ ਹੈ ਵੀ ਕੀ ਇਹ ਇਲਾਜ ਹੈ? ਜੇ ਇਲਾਜ ਨਹੀਂ ਹੈ ਤਾਂ ਫਿਰ ਕਿਉਂ ਕੀਤਾ ਜਾ ਰਿਹਾ? ਹੁਣ ਮਰੀਜ਼ ਨੂੰ ਤਾਂ ਵਿਚਾਰੇ ਨੂੰ ਕੁਝ ਨਹੀਂ ਪਤਾ ਨਾ, ਉਹਨੂੰ ਤਾਂ ਡਾਕਟਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨੂੰ ਸਹੀ ਗਾਈਡ ਕਰੇ। ਬਿਲਕੁਲ ਜੀ।
ਹੁਣ ਜੇ ਆਪਾਂ ਇਹ ਗੱਲ ਕਹਿੰਦੇ ਵੀ ਜਿਹੜਾ ਡਾਕਟਰ ਇੱਕ ਇਲਾਜ ਕਰ ਰਿਹਾ ਤੇ ਮਰੀਜ਼ ਦਾ ਜਿਹੜਾ ਡੈਮੇਜ ਹੈ ਲਗਾਤਾਰ ਵੱਧ ਰਿਹਾ, ਤੇ ਫਿਰ ਕੀ ਡਾਕਟਰ ਉਹਨਾਂ ਕਰ ਕੀ ਰਿਹਾ? ਬਿਲਕੁਲ ਜੀ, ਹੈ ਨਾ। ਪਹਿਲੇ ਦਿਨ ਹੀ ਅਗਰ ਇੱਕ ਡਾਕਟਰ ਹੈ ਜਿਹੜਾ ਪਹਿਲੇ ਦਿਨ ਹੀ ਪੇਸ਼ੈਂਟ ਨੂੰ ਇੱਕ ਗੱਲ ਸਮਝਾ ਦਿੰਦਾ ਹੈ ਵੀ ਦੇਖੋ ਜੀ ਕਿਡਨੀ ਤੁਹਾਡੀ ਹੋਈ ਆ ਖਰਾਬ, ਇੱਕ ਤਰੀਕਾ ਹੈ, ਇੱਕ ਤਰੀਕਾ ਹੈ, ਤੁਹਾਡੀ ਮਰਜ਼ੀ ਹੈ ਦੋਨੋਂ ਤੋਂ ਕਿਹੜੇ ਤਰੀਕੇ ਨਾਲ ਇਲਾਜ ਕਰਾਉਣਾ ਚਾਹੁੰਦੇ ਹੋ। ਠੀਕ ਹੈ, ਇਸ ਤਰੀਕੇ ਦੇ ਆਹ ਸਾਈਡ ਇਫੈਕਟ ਨੇ, ਇਸ ਤਰੀਕੇ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਮਤਲਬ ਜੋ ਉਹਦੇ ਕੋਲ ਨੌਲੇਜ ਹੈ ਉਹ ਤਾਂ ਉਹ ਦੇਵੇ ਨਾ ਪੇਸ਼ੈਂਟ ਨੂੰ, ਤੇ ਫਿਰ ਪੇਸ਼ੈਂਟ ਦੀ ਮਰਜ਼ੀ ਹੈ। ਉਹ ਅਗਰ ਐਲੋਪੈਥੀ ਜਾਣਾ ਚਾਹੁੰਦਾ ਐਲੋਪੈਥੀ ਦੀ ਕਰਾ ਲੇ, ਨੈਚੁਰੋਪੈਥੀ ਜਾਣਾ ਚਾਹੁੰਦਾ ਨੈਚੁਰੋਪੈਥੀ ਦੀ ਕਰਵਾ ਲੇ, ਉਹਦੀ ਇੱਛਾ ਹੈ। ਪਰ ਜੇ ਇਦਾਂ ਦੱਸ ਦੇਣ ਤਾਂ ਫਿਰ ਪੇਸ਼ੈਂਟ ਹੀ ਖਤਮ ਹੋ ਜਾਣ, ਕਿਉਂਕਿ ਜਿੰਨਾ ਪੇਨ ਇੱਕ ਪੇਸ਼ੈਂਟ ਨੂੰ ਪੇਨ ਝੱਲਣਾ ਪਊਗਾ, ਇੱਕ ਪੇਸ਼ੈਂਟ ਨੂੰ ਉਸ ਟਾਈਮ ਤੇ ਜਾ ਕੇ ਇਹ ਕਹਿਣਾ ਕਿ ਹੁਣ ਤਾਂ ਕੰਪਲਸ਼ਨ ਹੈ ਕਿ ਮੌਤ ਆਉਣੀ ਹੀ ਜਿਹੜੀ ਹੈ ਲਾਜ਼ਮੀ ਹੈ, ਕਿਉਂਕਿ ਇਸ ਤੋਂ ਬਾਅਦ ਕੋਈ ਇਲਾਜ ਨਹੀਂ, ਤਾਂ ਫਿਰ ਉਹ ਪੇਸ਼ੈਂਟ ਦਾ ਤੁਸੀਂ ਮਾਈਂਡ ਪੜ੍ਹ ਸਕਦੇ ਹੋ ਕਿ ਉਹ ਪੇਸ਼ੈਂਟ ਸੋਚਦਾ ਕੀ ਹੋਊਗਾ। ਸੋਚਦਾ ਇਹ ਹੁੰਦਾ ਉਹ ਪੇਸ਼ੈਂਟ ਕਿ ਹਸਪੀਟਲ ਦੇ ਬੈੱਡ ਤੇ ਰਿੱਝ ਕੇ ਮਰਨ ਨਾਲੋਂ ਬੈਟਰ ਹੈ ਕਿ ਡਾਕਟਰ ਜਾਂ ਤਾਂ ਮੇਰੇ ਹੁਣੀ ਕੋਈ ਇੰਜੈਕਸ਼ਨ ਲਗਾ ਦਿਓ ਜਾਂ ਫਿਰ ਮੈਨੂੰ ਕੁਝ ਆਪ ਲੈ ਕੇ ਮਰਨਾ ਪਊਗਾ, ਕਿ ਮੈਂ ਏਦਾਂ ਰਿੱਝ ਕੇ ਨਹੀਂ ਮਰਨਾ ਚਾਹੁੰਦਾ। ਸੋ ਜੇ ਕੋਈ ਇੰਨਾ ਖੁੱਲ ਕੇ ਡਾਕਟਰ ਕਿਸੇ ਨੂੰ ਕੁਝ ਦੱਸ ਦੇ ਤਾਂ ਮੈਨੂੰ ਲੱਗਦਾ ਫਿਰ ਡਾਇਲਿਸਿਸ ਤਾਂ ਕੋਈ ਕਰਵਾਉਣ ਹੀ ਨਹੀਂ ਜਾਊਗਾ, ਫਿਰ ਤਾਂ ਅਗਲਾ ਸ਼ੁਰੂ ਤੋਂ ਆਪਣੀ ਖੁਰਾਕ ਵੱਲ ਧਿਆਨ ਦੇ ਲੂਗਾ। ਬਸ ਆਹੀ ਇੱਕ ਗੱਲ ਹੈ ਜਿਹੜੀ ਗੱਲ ਤੇ ਆਪਾਂ ਆਉਣਾ ਚਾਹੁੰਦੇ ਆ। ਦੇਖੋ ਕਿਡਨੀ ਫੇਲੂਅਰ is also a lifestyle disease, एक lifestyle disease है। बिना lifestyle तो एक गल ਆਪਾਂ ਸਮਝ ਲਈਏ ਕਿ ਅਗਰ ਮਤਲਬ ਜਿੱਦਾਂ ਆਪਾਂ ਇੱਕ ਗੱਲ ਕਰਦੇ ਵੀ ਇੱਕ ਲੱਕੜੀ ਹੈ, ਉਹਨੂੰ ਜਦੋਂ ਅਸੀਂ ਅੱਗ ਲਾਉਨੇ ਆ ਤਾਂ ਉਹਦੇ ਚ ਇੱਕ એનર્ਜੀ ਪੈਦਾ ਹੁੰਦੀ ਹੈ ਜੀ। ਉਹ ਲੱਕੜੀ ਉਨੀ ਜਲ ਜਾਂਦੀ ਹੈ ਤੇ ਉਹ ਜਿਹੜਾ ਜਲਿਆ ਹੋਇਆ ਰੂਪ ਹੈ ਉਹਦੇ ਚੋਂ ਅੱਗ એનર્ਜੀ ਪੈਦਾ ਹੋ ਗਈ ਤੇ ਉਹਦੇ ਚੋਂ ਬਾਕੀ ਕੁਝ ਸੁਆਹ ਬਚਦੀ ਹੈ ਜੀ। ਹੁਣ ਇਹ ਜਦੋਂ ਸਾਡਾ ਸੈੱਲ ਜਿਹੜਾ ਉਹ ਗਲੂਕੋਜ਼ ਨੂੰ ਬਰਨ ਕਰਦਾ ਹੈ ਆਕਸੀਜਨ ਦੀ ਮਦਦ ਨਾਲ, ਤਾਂ ਕੁਝ ਐਸ ਰਾਖ ਬਚਦੀ ਹੈ ਜੀ। ਉਸ ਰਾਖ ਦਾ ਸਾਡੇ ਸਰੀਰ ਤੋਂ ਬਾਹਰ ਜਾਣਾ ਬਹੁਤ ਜ਼ਰੂਰੀ ਹੈ ਜੀ, ਬਿਲਕੁਲ। ਹੁਣ ਆਪਾਂ ਉਸੇ ਗੱਲ ਤੇ ਆਵਾਂਗੇ। ਉਹ ਸੈਗਮੈਂਟ ਜਿਹੜਾ ਸਾਡਾ ਸੀ ਜਿਹਦੇ ਚ ਅਸੀਂ ਇਹ ਗੱਲ ਕੀਤੀ ਸੀ ਬਈ ਸਾਡਾ ਸਰੀਰ ਵੇਸਟੇਜ ਤੋਂ ਬਾਹਰ ਕੱਢਣ ਦੀ ਲਗਾਤਾਰ ਕੋਸ਼ਿਸ਼ ਕਰਦਾ ਹੈ, ਲਗਾਤਾਰ ਉਹਦੇ ਕੋਲ ਬਹੁਤ ਸਾਰੇ ਮੈਕੈਨਿਜ਼ਮ ਨੇ ਜਿਹਦੇ ਨਾਲ ਉਹ ਵੇਸਟੇਜ ਨੂੰ ਬਾਹਰ ਕੱਢਦਾ ਨਾ, ਜਿਹੜਾ ਉਹ ਸਮਾਪਤੀ ਵੱਲ ਜਾ ਰਿਹਾ ਹੈ। ਕੁਝ ਕੁ ਮਿੰਟ ਨੇ ਤਾਂ ਕਿ ਤੁਹਾਡੀਆਂ ਕਲਾਸਿਸ ਬਾਰੇ ਸਾਨੂੰ ਜਾਣਕਾਰੀ ਮਿਲ ਜੇ, ਅਗਰ ਕੋਈ ਜੁਆਇਨ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਜੁਆਇਨ ਕਰ ਸਕੇ ਤੇ ਬਣਦੀ ਆਪਣੀ ਕੋਈ ਵੀ ਗੱਲਬਾਤ ਹੈ ਤੁਹਾਡੇ ਨਾਲ ਸ਼ੇਅਰ ਕਰ ਸਕੇ। ਜੀ ਸਰ। ਤੇ ਇਸੇ ਨੂੰ ਪੋਸਚਰਲ ਮੈਡੀਸਨ ਜਿਹੜੀ ਆਪਾਂ ਕਹਿੰਦੇ ਆ, ਸਿਰਫ ਪੋਸਚਰ ਬਦਲਣ ਨਾਲ ਇਲਾਜ ਹੋ ਸਕਦਾ ਹੈ ਜੀ। ਤੇ ਅਗਲੀ ਸੈਗਮੈਂਟ ਚ ਆਪਾਂ ਗੱਲ ਕਰਾਂਗੇ ਕੁਝ ਲੋਕ ਘੁਰਾੜੇ ਮਾਰਦੇ ਨੇ, ਉਹਨਾਂ ਦਾ ਇੱਕ ਬਹੁਤ ਸੌਖਾ ਇਲਾਜ ਜਿਹੜਾ ਉਹ ਘੁਰਾੜੇ ਮਾਰਨ ਦਾ ਹੈਗਾ ਆਪਣੇ ਕੋਲ, ਆਪਾਂ ਗੱਲ ਡਿਸਕਸ ਕਰਾਂਗੇ ਅਗਲੇ ਸੈਗਮੈਂਟ ਚ ਜੀ। ਤੇ ਮੈਂ ਦੱਸਣਾ ਚਾਹੁੰਦਾ ਜੀ ਇਹ ਸਾਰੀਆਂ ਜਾਣਕਾਰੀਆਂ ਦੇਖੋ ਕੋਸ਼ਿਸ਼ ਆਪਾਂ ਇਹ ਕਰੀ ਦੀ ਹੈ ਕਿ ਇਸ ਪ੍ਰੋਗਰਾਮ ਤੇ ਜਿੰਨੀ ਮੈਕਸਿਮਮ ਜਾਣਕਾਰੀ ਦਿੱਤੀ ਜਾ ਸਕਦੀ ਹੈ ਦਈਏ ਜੀ। ਪਰ ਇਹਦੇ ਬਾਵਜੂਦ ਵੀ ਅੱਜ ਆਪਾਂ ਗੱਲ ਕੀਤੀ ਹੈ ਕਿ ਗਰਮ ਪਾਣੀ ਦੇ ਟੱਬ 'ਚ ਬਹਿਣਾ, ਤਾਂ ਕੋਈ ਵੀ ਪੇਸ਼ੈਂਟ ਆਪਣੇ ਆਪ ਘਰ ਬਹਿ ਕੇ ਇੰਨਾ ਨਹੀਂ ਕਰ ਸਕਦਾ, ਉਹਨੂੰ ਇੰਨਾ ਕੌਨਫੀਡੈਂਸ ਕਿੱਦਾਂ ਆਏਗਾ ਕਿ ਉਹ ਆਪ ਡਾਇਲਿਸਿਸ ਕਰਾਉਣਾ ਬੰਦ ਕਰਕੇ ਟੱਬ 'ਚ ਬਹਿ ਜੇ ਜੀ। ਤਾਂ ਇਹਦੇ ਲਈ ਜਿਹੜੀ ਪ੍ਰੋਫੈਸ਼ਨਲ ਟ੍ਰੇਨਿੰਗ ਹੈ, ਇਹਦੇ ਲਈ ਪੂਰੀ ਜਾਣਕਾਰੀ, ਉਹਦਾ ਟੈਂਪਰੇਚਰ ਕਿਵੇਂ ਮੇਨਟੇਨ ਕਰਨਾ, ਕਿਸ ਪੋਸਚਰ 'ਚ ਬਹਿਣਾ, ਕਿਵੇਂ ਕਿੰਨਾ ਚਿਰ ਬਹਿਣਾ, ਮਤਲਬ ਇਹ ਸਾਰੀਆਂ ਚੀਜ਼ਾਂ ਉਹ ਨਾਲ ਕਿਹੜੀ ਦਵਾਈ ਖਾ ਰਿਹਾ ਪੇਸ਼ੈਂਟ, ਉਹਦੇ ਚ ਕਿਹੜੀ ਦਵਾਈ ਦੀ ਉਹਨੂੰ ਨਹੀਂ ਲੋੜ ਹੈਗੀ, ਉਹ ਸਾਰੀਆਂ ਚੀਜ਼ਾਂ ਨਾਲ ਦਵਾਈਆਂ ਨੂੰ ਵੀ ਘਟਾਉਣਾ ਪਏਗਾ, ਬੰਦ ਕਰਨਾ ਪਏਗਾ ਜੀ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਿੱਖਣ ਲਈ ਮੇਰਾ ਇੱਕ ਟ੍ਰੇਨਿੰਗ ਪ੍ਰੋਗਰਾਮ ਹੈ ਜਿਹਨੂੰ ਆਪਾਂ ਲਾਈਫ ਸਟਾਈਲ ਐਜੂਕੇਟਰ ਦੀ ਟ੍ਰੇਨਿੰਗ ਕਹਿੰਦੇ ਆ। ਉਸ ਟ੍ਰੇਨਿੰਗ ਦੇ ਵਿੱਚ ਮਤਲਬ ਜੂਨ 2020 ਤੋਂ ਚੱਲ ਰਿਹਾ, ਲਗਾਤਾਰ ਚੱਲ ਰਿਹਾ ਜੀ। ਹਰ ਮਹੀਨੇ ਨਵਾਂ ਬੈਚ ਸ਼ੁਰੂ ਹੁੰਦਾ ਹੈ। ਆ 5 ਤਰੀਕ ਕੱਲ ਤੋਂ ਸ਼ੁਰੂ ਕਰਨਾ ਸੀ ਤੇ ਇਹਦੇ ਚ ਛੁੱਟੀਆਂ ਆ ਗਈਆਂ, ਆਪਾਂ ਮੰਡੇ ਤੋਂ ਨਵਾਂ ਬੈਚ ਜਿਹੜਾ ਸਟਾਰਟ ਕਰ ਰਹੇ ਹਾਂ ਉਹਦਾ। ਠੀਕ ਹੈ। ਤੇ ਉਹਦੀ ਫੀਸ ਹੁੰਦੀ ਹੈ ਜੀ 5000 ਰੁਪਇਆ, ਮਤਲਬ ਬਹੁਤ ਸੋਚ ਸਮਝ ਕੇ ਉਹ ਟ੍ਰੇਨਿੰਗ ਜਿਹੜੀ ਮੈਂ 20-22 ਹਜ਼ਾਰ ਰੁਪਇਆ 25-25 ਹਜ਼ਾਰ ਰੁਪਇਆ ਖਰਚਾ ਕਰਕੇ ਲਈ ਹੈ, ਉਹਨਾਂ ਟ੍ਰੇਨਿੰਗ ਨੂੰ ਬਹੁਤ
ਥੋੜੇ ਪੈਸਿਆਂ 'ਚ ਲੋਕਾਂ ਤੱਕ ਪਹੁੰਚਾਉਣ ਦਾ ਇਹ ਇੱਕ ਇੰਤਜ਼ਾਮ ਕੀਤਾ ਗਿਆ ਹੈ ਤਾਂ ਕਿ ਹਰ ਬੰਦਾ ਇਹਨੂੰ ਅਫੋਰਡ ਕਰ ਸਕੇ ਜੀ। ਇਹਦੀ ਕੀਮਤ, ਇਹਦੀ ਫੀਸ 50,000 ਵੀ ਰੱਖੀ ਜਾ ਸਕਦੀ ਹੈ ਜੀ। ਜਿਹੜਾ ਬੰਦਾ ਫਸਿਆ ਹੋਇਆ ਬਿਮਾਰੀ 'ਚ, ਜੇ ਅਸੀਂ ਇਹਨੂੰ ਐਕਸਪਲੋਇਟ ਕਰਨ ਦੀ ਗੱਲ ਕਰੀਏ ਤਾਂ 50,000 ਦੇਣ ਨੂੰ ਵੀ ਤਿਆਰ ਹੈ, ਕੋਈ ਰੌਲਾ ਨਹੀਂ ਜੀ। ਬਿਲਕੁਲ। ਲੇਕਿਨ ਇਸ ਕਰਕੇ ਕਿ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ, ਜ਼ਿਆਦਾ ਲੋਕਾਂ ਨੂੰ ਆਪਾਂ ਇਸ ਦਵਾਈਆਂ ਦੇ ਜੰਜਾਲ ਤੋਂ ਬਾਹਰ ਕੱਢ ਸਕੀਏ, ਇਹਦੀ ਫੀਸ 5,000 ਰੁਪਇਆ ਰੱਖੀ ਗਈ ਹੈ। 5,000 ਰੁਪਏ 'ਚ ਹਰ ਬਿਮਾਰੀ ਨੂੰ ਘਰ 'ਚ ਕਿਵੇਂ ਹੈਂਡਲ ਕਰਨਾ ਕੁਦਰਤੀ ਤਰੀਕੇ ਨਾਲ, ਚਾਹੇ ਉਹ ਤੁਹਾਡੇ ਗੋਡੇ ਨੂੰ ਦਰਦ ਹੈ, ਸੋਜ ਪਈ ਹੈ, ਚਾਹੇ ਉਹ ਜ਼ੁਕਾਮ ਹੈ, ਛਿੱਕਾ ਹੈ, ਲੂਜ਼ ਮੋਸ਼ਨ ਹੈ, ਬੁਖਾਰ ਹੈ, ਜਾਂ ਕੈਂਸਰ ਹੈ, ਜਾਂ ਕਿਡਨੀ ਫੇਲਿਅਰ ਹੈ, ਹਰ ਬਿਮਾਰੀ ਨੂੰ ਘਰੇ ਕਿਵੇਂ ਆਪਾਂ ਨੈਚੁਰਲ ਤਰੀਕੇ ਨਾਲ ਹੈਂਡਲ ਕਰ ਸਕਦੇ ਹਾਂ ਉਹ ਸਿਖਾਇਆ ਜਾਂਦਾ ਹੈ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਬਹੁਤ ਵਧੀਆ ਕੀਤੀ ਹੋਈ ਹੈ। ਮੈਂ ਕੁਝ ਬੰਦੇ ਕਹਿੰਦੇ ਸੀ ਸਾਡੇ ਕੋਲ ਪੈਸੇ ਹੈ ਨਹੀਂ, ਅਸੀਂ ਸਿੱਖਣਾ ਚਾਹੁੰਦੇ ਹਾਂ। ਜੀ। ਤਾਂ ਬਿਲਕੁਲ ਮੁਫਤ ਦੇ ਵਿੱਚ ਕੋਈ ਚੀਜ਼ ਨਾ ਤਾਂ ਕਿਸੇ ਨੂੰ ਦਿੰਦਾ ਤੇ ਨਾ ਹੀ ਲੈਣੀ ਚਾਹੀਦੀ ਹੈ। ਤਾਂ ਮੈਂ ਉਹਨਾਂ ਲਈ ਇੱਕ ਚੀਜ਼ ਕੀਤੀ ਹੈ ਵੀ ਤੁਸੀਂ ਥੋੜੀ ਜਿਹੀ ਮਿਹਨਤ ਕਰ ਲਓ, ਤੁਸੀਂ 4 ਬੰਦੇ ਹੋਰ ਤਿਆਰ ਕਰੋ ਨਾਲ, ਤੁਹਾਡੀ ਟ੍ਰੇਨਿੰਗ ਫ੍ਰੀ ਹੋ ਜਾਏਗੀ। ਇਹ ਵੀ ਸਹੀ ਹੈ। ਹਾਂ, ਜੇ ਕੋਈ ਬੰਦਾ ਪੈਸੇ 5,000 ਨਹੀਂ ਖਰਚ ਸਕਦਾ ਤਾਂ ਥੋੜੀ ਜਿਹੀ ਮਿਹਨਤ ਕਰ ਲਵੇ, ਉਹ 4 ਲੋਕਾਂ ਨੂੰ ਤਿਆਰ ਕਰਕੇ ਲੈ ਆਵੇ ਟ੍ਰੇਨਿੰਗ 'ਚ, ਉਹ 4 ਬੰਦੇ ਫੀਸ ਪੇ ਕਰਨਗੇ ਤੇ ਉਹਦੇ ਮਗਰ ਇੱਕ ਬੰਦੇ ਦੀ ਟ੍ਰੇਨਿੰਗ ਜਿਹੜੀ ਆ ਉਹ ਮੁਫਤ ਹੋ ਜਾਏਗੀ। ਜਾਂ ਟ੍ਰੇਨਿੰਗ ਲੈਣ ਤੋਂ ਬਾਅਦ ਵੀ ਉਹ ਟ੍ਰੇਨਿੰਗ 4 ਬੰਦਿਆਂ ਨੂੰ ਮੋਟੀਵੇਟ ਕਰਕੇ ਲਿਆਉਂਦਾ ਤਾਂ ਉਹਦਾ 5,000 ਰੁਪਇਆ ਮੈਂ ਰਿਫੰਡ ਕਰ ਦੂੰਗਾ ਜੀ। ਬਹੁਤ ਸਾਰੇ ਲੋਕਾਂ ਦਾ ਕੀਤਾ ਹੈ ਜੀ। ਇਸ ਕਰਕੇ ਪੈਸਾ ਇਹਦੇ 'ਚ ਮਤਲਬ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈਗੀ। 5,000 ਰੁਪਇਆ ਬਹੁਤ ਛੋਟੀ ਜਿਹੀ ਚੀਜ਼ ਹੈ ਤੇ ਲੇਕਿਨ ਉਹਦੇ ਬਦਲੇ ਜਿਹੜੀ ਪ੍ਰਾਪਤੀ ਹੈ ਉਹ ਇਹ ਹੈ ਕਿ ਲੱਖਾਂ ਰੁਪਇਆ ਜਿਹੜਾ ਤੁਹਾਡਾ ਜਾਏਗਾ, ਇਨ ਫਿਊਚਰ ਤੁਹਾਡਾ ਮੈਡੀਕਲ ਬਿੱਲ 0 ਹੋ ਜਾਏਗਾ। ਇਸ ਗੱਲ ਦੀ ਜ਼ਿੰਮੇਵਾਰੀ ਲੈਣਾ ਮੈਂ, ਤੁਹਾਨੂੰ ਦਵਾਈਆਂ ਤੇ ਪੈਸਾ ਖਰਚਣ ਦੀ ਲੋੜ ਨਹੀਂ ਪਏਗੀ, ਹਸਪਤਾਲਾਂ ਜਾ ਕੇ ਪੈਸਾ ਖਰਚਣ ਦੀ ਲੋੜ ਨਹੀਂ ਪਏਗੀ। ਆਪਾਂ ਹੈਲਥ ਇੰਸ਼ੋਰੈਂਸ ਕਰਾਉਣੇ ਆ ਜੀ, ਸਾਲ ਦਾ 15,000 ਰੁਪਇਆ ਪ੍ਰੀਮੀਅਮ ਭਰਦੇ ਨੇ ਲੋਕ, 10,000 ਰੁਪਇਆ ਪ੍ਰੀਮੀਅਮ ਭਰਦੇ ਨੇ ਤਾਂ ਕਿ ਜੇ ਬਿਮਾਰ ਹੋਇਆ ਤੇ ਹਸਪਤਾਲ ਦਾ ਖਰਚਾ ਕੰਪਨੀ ਦੇਗੀ। ਤੇ ਤੁਸੀਂ 5,000 ਰੁਪਇਆ ਖਰਚ ਕੇ ਇਸ ਨੌਬਤ ਤੋਂ ਬਾਹਰ ਆ ਸਕਦੇ ਹੋ ਕਿ ਤੁਹਾਨੂੰ ਕਦੀ ਹਸਪਤਾਲ ਦਾਖਲ ਹੋਣਾ ਪਵੇ, ਲੋੜ ਹੀ ਨਹੀਂ ਪਏਗੀ ਤੁਹਾਨੂੰ ਹਸਪਤਾਲ ਜਾ ਕੇ ਦਾਖਲ ਹੋਣ ਦੀ। ਤਾਂ ਮੇਰਾ ਮੋਬਾਈਲ ਨੰਬਰ ਜਿਹੜਾ 92,512,1357 ਮਨਜੀਤ ਤੋਂ, ਇਹਨਾਂ ਤੋਂ ਵੀ, ਮਨਜੀਤ ਜੀ ਤੋਂ ਵੀ ਲੈ ਸਕਦੇ ਹੋ ਤੁਸੀਂ ਮੇਰਾ ਮੋਬਾਈਲ ਨੰਬਰ। ਆਈਏ, ਆਓ ਆਪਾਂ ਮਤਲਬ ਲੋਕਾਂ ਨੂੰ ਚੰਗੀ ਸਿਹਤ ਵੱਲ ਲੈ ਕੇ ਜਾਈਏ, ਬਿਮਾਰੀਆਂ ਤੋਂ ਖਹਿੜਾ ਛੁਡਾਈਏ ਉਹਨਾਂ ਦਾ। ਸਾਡਾ ਨਾਰਾ ਫਰੀडम फ्रॉम 3D, ਪਹਿਲੀ ਡੀ ਹੈ ਡਿਜ਼ੀਜ਼ ਬਿਮਾਰੀਆਂ, ਦੂਜੀ ਡੀ ਹੈ ਡਰੱਗ ਦਵਾਈਆਂ, ਤੀਜੀ ਡੀ ਹੈ ਡਾਕਟਰ। ਅਸੀਂ ਚਾਹੁੰਦੇ ਹਾਂ ਕਿ ਲੋਕ ਆਪਣੇ ਡਾਕਟਰ ਆਪ ਬਣ ਜਾਣ, ਉਹਨੂੰ ਕਿਸੇ ਡਾਕਟਰ ਦੀ ਲੋੜ ਨਾ ਪਵੇ। ਧੰਨਵਾਦ ਜੀ ਤੁਹਾਡਾ, ਬਹੁਤ 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 ਸ਼ੁਕਰੀਆ ਤੁਹਾਡਾ ਵੀ ਅੱਜ ਦੀ ਇਸ ਅਹਿਮ ਜਾਣਕਾਰੀ ਦੇ ਲਈ ਦਿਲੋਂ ਸਲਾਮ ਹੈ ਜੀ। ਕਿ ਹੁਣ ਜਿਹੜੀ ਇਹ ਜਾਣਕਾਰੀ ਦੇ ਨਾਲ ਅੱਗੋਂ ਤੋਂ ਕੋਈ ਜਿਹੜਾ ਧੋਖਾ ਨਹੀਂ ਖਾਊਗਾ, ਜੇ ਧੋਖਾ ਅਸੀਂ ਖਾ ਲਿਆ ਸੋ ਹੁਣ ਅੱਗੇ ਨਹੀਂ ਕੋਈ ਏਦਾਂ ਦਾ ਕੁਝ